ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਦਾ ਅਲਬਰਟਾ ਵੀਕਲੀ ਪ੍ਰੋਗਰਾਮ ਜਿਹੜਾ ਲੈ ਕੇ ਆਏ ਜੀ, ਉਹਦੇ ਵਿੱਚ ਕਿਉਂਕਿ ਅਲਬਰਟਾ ਦੇ ਵਿੱਚ ਬਜਟ ਲਿਆਂਦਾ ਗਿਆ UCP ਸਰਕਾਰ ਵੱਲੋਂ ਪਿਛਲੇ ਵੀਰਵਾਰ ਵਾਲੇ ਦਿਨ, ਉਹਦੇ ਬਾਰੇ ਗੱਲਬਾਤ ਕਰਨ ਲਈ ਅੱਜ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਦਿਓਲ ਹੋਰੀ ਪਹੁੰਚੇ ਨੇ, ਜਿਹੜੇ ਐਡਮਿੰਟਨ ਮੈਡੋਜ਼ ਤੋਂ MLA ਨੇ NDP ਪਾਰਟੀ ਵੱਲੋਂ। ਔਰ ਨਾਲ ਦੀ ਨਾਲ ਮੇਰੇ ਨਾਲ ਨੇ ਡਾਕਟਰ ਪ੍ਰਿਥਵੀ ਰਾਜ ਕਾਲੀਆ, ਜਿਹੜੇ ਐਡੀਟਰ ਨੇ ਏਸ਼ੀਅਨ ਟਾਈਮਜ਼ ਅਖਬਾਰ ਦੇ। ਬੜੇ ਸਾਲਾਂ ਤੋਂ ਇੱਥੇ ਸ਼ਹਿਰ ਵਿੱਚ ਉਹ ਅਖਬਾਰ ਕੱਢ ਰਹੇ ਨੇ ਔਰ ਬੜੇ ਪੁਰਾਣੇ ਘਲਾਟੀਏ ਨੇ ਪੱਤਰਕਾਰੀ ਦੇ ਮਾਮਲੇ ਦੇ ਵਿੱਚ। ਉਹ ਅੱਜ ਮੇਰੇ ਨਾਲ ਸ਼ਾਮਲ ਹੋ ਰਹੇ ਅਤੇ ਗੱਲਬਾਤ ਕਰਾਂਗੇ ਇਸ ਬਜਟ ਬਾਰੇ ਕਿ ਕੀ ਕੁਝ ਇਸ ਬਜਟ ਦੇ ਵਿੱਚ ਲੋਕਾਂ ਲਈ ਹੈ ਅਤੇ ਕੀ ਕੁਝ ਵੱਡਿਆਂ ਅਦਾਰਿਆਂ ਲਈ ਜਾਂ ਜਿੱਥੇ ਵੀ ਸਰਕਾਰ ਨੇ ਪੈਸੇ ਖਰਚਣੇ ਨੇ। ਪਰ ਇੱਕ ਗੱਲ ਜਿਹੜੀ ਆ ਦੱਸਣ ਵਾਲੀ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਜਿਹੜਾ ਬਜਟ ਸੀਗਾ ਉਹ ਡੈਫੀਸਿਟ ਵਿੱਚ ਚੱਲ ਰਿਹਾ ਸੀਗਾ, ਯਾਨੀ ਘਾਟੇ 'ਚ ਹੀ ਜਾਂਦਾ ਸੀ। ਉੱਤੋਂ ਪੈਂਡੈਮਿਕ ਆ ਗਿਆ, ਤੇਲ ਦੇ ਭਾਅ ਥੱਲੇ ਸੀਗੇ, ਪਰ ਹੁਣ ਆਲ ਆਫ ਏ ਸਡਨ ਜਿਹੜਾ ਆਹ ਬਜਟ ਪੇਸ਼ ਕੀਤਾ ਗਿਆ ਔਰ ਇਹ ਮੈਨੂੰ ਲੱਗਦਾ ਅਗਲੀ ਇਲੈਕਸ਼ਨ ਤੋਂ ਇਹ ਮਤਲਬ ਲਾਸਟ ਬਜਟ ਹੀ ਹੋਏਗਾ, ਕਿਉਂਕਿ 2023 ਦੇ ਵਿੱਚ ਇਲੈਕਸ਼ਨ ਜਿਹੜੀ ਆ ਹੋਣੀ ਆ। ਅਤੇ ਐਤਕੀ ਇਹ ਬਜਟ ਜਿਹੜਾ ਉਹ ਸਰਪਲਸ ਦੱਸਿਆ ਜਾ ਰਿਹਾ 511 ਮਿਲੀਅਨ ਦੇ ਕਰੀਬ। ਸੋ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਜਸਵੀਰ ਦਿਓਲ ਹੋਰਾਂ ਦੇ ਨਾਲ ਔਰ ਡਾਕਟਰ ਕਾਲੀਆ ਹੋਰਾਂ ਦੇ ਨਾਲ। ਦੋਨਾਂ ਨੂੰ ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਓਲ ਸਾਹਿਬ, ਬਜਟ ਜਿਹੜਾ ਪੇਸ਼ ਕੀਤਾ ਗਿਆ ਲੈਜਿਸਲੇਚਰ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ, ਉਹਦੇ 'ਚ ਸਰਕਾਰ ਵੱਲੋਂ ਇਹ ਦੱਸਿਆ ਜਾਣਾ ਕਿ ਜੀ ਪਹਿਲੀ ਵਾਰੀ ਹੁਣ ਜਿਹੜਾ ਸਰਪਲਸ ਹੋ ਰਿਹਾ 511 ਮਿਲੀਅਨ ਡਾਲਰ ਦਾ, ਔਰ ਬੜਾ ਥਪਥਪਾ ਕੇ ਉੱਥੇ ਤਾੜੀਆਂ ਮਾਰੀਆਂ ਗਈਆਂ, ਪਾਰਟੀ ਪੂਰੀ ਖੁਸ਼ ਸੀਗੀ। ਇਹ ਵਾਕਈ ਖੁਸ਼ ਹੋਣ ਵਾਲੀ ਗੱਲ ਹੈ ਜੀ ਸਾਰਿਆਂ ਲਈ ਵੀ ਜਿਹੜਾ ਇਹ ਇੰਨਾ ਮਤਲਬ ਡੈਫੀਸਿਟ ਤੋਂ ਜਿਹੜਾ ਸਰਪਲਸ ਵਿੱਚ ਗਿਆ ਬਜਟ? ਦੇਖੋ ਜੀ, ਖੁਸ਼ੀ ਜਿਹੜੀ ਉਹਦੇ ਤੁਸੀਂ ਉਹਨੂੰ ਕਿਹੜੇ ਐਂਗਲ ਤੋਂ ਦੇਖਦੇ ਹੋ। ਇਹ ਠੀਕ ਆ ਵੀ ਜਿਹੜਾ ਇੱਕ ਇਸ ਵੇਲੇ ਜਿਹੜੀਆਂ ਐਨਰਜੀ ਦੀਆਂ ਪ੍ਰਾਈਸਾਂ, ਆਇਲ ਪ੍ਰਾਈਸਿਸ ਹੈ ਜੀ, ਜਿਹੜਾ ਉਹਨਾਂ ਦੇ ਵਿੱਚ ਉਭਾਰ ਆਇਆ, ਉਹ ਠੀਕ ਆ। ਉਹਦੇ ਤੋਂ ਸਰਕਾਰ ਨੂੰ ਜਿਹੜਾ ਰੈਵਨਿਊ ਆਇਆ ਅਤੇ ਉਹ ਜਿਹੜਾ ਸਰਕਾਰੀ ਬਜਟ ਜਿਹਨੂੰ ਉਹ ਕਹਿੰਦੇ ਨੇ, ਉਹਨਾਂ ਨੂੰ ਬੈਲੈਂਸ ਕਰਨ ਦੇ ਵਿੱਚ ਉਹਨੇ ਹੈਲਪ ਕੀਤੀ ਆ ਇਹ ਉਹਨਾਂ ਦੇ ਹਿਸਾਬ ਦੇ ਨਾਲ। ਪਰ ਸਵਾਲ ਇਹ ਆ ਵੀ ਜਿਹੜੀ ਡੈਟ ਜਾਂ ਜਿਹੜੀ ਡੈਫੀਸਿਟ ਉਹਨਾਂ ਨੇ ਸੁਸਾਇਟੀ ਦੇ ਵਿੱਚ ਜਾਂ ਸੁਸਾਇਟੀ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਜਿਹੜੇ ਪਿਛਲੇ 3 ਸਾਲ ਦੇ ਵਿੱਚ ਕ੍ਰੀਏਟ ਕੀਤੀ ਆ, ਅਤੇ ਜਿਸ ਤਰ੍ਹਾਂ ਜਿਹੜੀ ਲਿਵਿੰਗ ਕਾਸਟ ਜਿਹੜੀ ਇੱਕਦਮ ਉੱਤੇ ਵਧੀ ਆ, ਰਾਈਜ਼ ਕੀਤੀ ਇਹਨਾਂ ਸਾਲਾਂ ਦੇ ਵਿੱਚ। ਕੋਵਿਡ ਦਾ ਵੀ ਅਸਰ ਹੈ ਔਰ ਆਇਲ ਦੀਆਂ ਪ੍ਰਾਈਸਿਸ, ਐਨਰਜੀ ਪ੍ਰਾਈਸਿਸ, ਬਿਜਲੀ ਦੇ ਬਿੱਲ ਜਿਹੜੇ ਵਧੇ ਹੋਏ ਆ, ਇਹ ਬੜੇ ਮਲਟੀਪਲ ਫੈਕਟਰਸ ਨੇ। ਉਹਦੇ ਵਿੱਚ ਲੋਕਾਂ ਨੂੰ ਇਸ ਜਿਹੜੇ ਬੈਲੈਂਸ ਬਜਟ ਨੇ, ਜਿਹੜਾ ਉਹਨਾਂ ਦਾ ਬੈਲੈਂਸ ਆ, ਉਹ ਕਿਸ ਤਰ੍ਹਾਂ ਸਰਵ ਕੀਤਾ, ਕਿਸ ਤਰ੍ਹਾਂ ਦੀ ਰਾਹਤ ਦਿੱਤੀ ਆ। ਮੈਂ ਸਮਝਦਾ ਵੀ ਸਰਕਾਰ ਦਾ ਜਿਹੜਾ ਬਜਟ ਹੁੰਦਾ ਉਹਦੇ ਤੋਂ ਸਰਕਾਰ ਦੀ ਉਸ ਅਪਰੋਚ ਦੀ ਸਮਝਦਾਰੀ ਜਿਹੜੀ ਆ ਉਹ ਦਿਖਾਈ ਦਿੰਦੀ ਆ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਜਾਂ ਜਿਹੜੇ ਉਹਨਾਂ ਦੇ ਚੈਲੰਜ ਹੈ, ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਰਕਾਰ ਜਿਹੜੀ ਆ ਕਿਸ ਤਰ੍ਹਾਂ ਦੀ ਹੈਲਪ ਕਰਦੀ ਆ ਜਾਂ ਭੂਮਿਕਾ ਨਿਭਾਉਂਦੀ ਆ, ਜਾਂ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਨੂੰ ਕਿਸ ਤਰ੍ਹਾਂ ਉਹ ਪ੍ਰੋਟੈਕਟ ਕਰਦੀ ਆ। ਇਹਦੇ ਵਿੱਚ ਜਿਹੜੀ ਸਰਕਾਰ ਡੈਫੀਨੇਟਲੀ ਕੋਈ NDP ਦਾ ਵਿਊ ਨਹੀਂ ਹੈ। ਇਹ ਜਿਹੜਾ ਇੱਕ ਬੜਾ ਹੀ ਜਿਹੜਾ ਕੰਸਲਟਡ ਵਿਊ ਆ ਸਾਹਮਣੇ ਆ ਰਿਹਾ, ਉਹਦੇ ਵਿੱਚ ਸਰਕਾਰ ਨੇ ਕੋਈ ਵੀ ਜਿਹੜਾ ਆਪਣਾ ਰੋਲ ਨਹੀਂ ਨਿਭਾਇਆ। ਉਹਦੇ 'ਚ ਉਹਦੀ ਨਾ ਪੱਖੀ ਜਿਹੜੀ ਅਪਰੋਚ ਆ ਉਹ ਸਪਸ਼ਟ ਤੌਰ ਦੇ ਉੱਤੇ ਦਿਖਾਈ ਦਿੱਤੀ ਆ। ਡਾਕਟਰ ਸਾਹਿਬ, ਤੁਹਾਨੂੰ ਪਤਾ ਜੀ ਜਿਹੜੀ ਆਮ ਪਬਲਿਕ ਆ ਉਹਦੇ ਵਿੱਚ ਜਦੋਂ ਗੱਲ ਆਉਂਦੀ ਆ ਨਾ ਡੈਫੀਸਿਟ ਦੀ ਜਾਂ ਸਰਪਲਸ ਦੀ, ਅਤੇ ਉਸ ਗੱਲ ਨੂੰ ਲੈ ਕੇ ਲੋਕੀ ਜਦੋਂ ਡੈਫੀਸਿਟ ਹੁੰਦਾ ਤਾਂ ਉਹਨਾਂ ਨੂੰ ਇੱਦਾਂ ਲੱਗਦਾ ਵੀ ਸਰਕਾਰ ਕੋਈ ਬਹੁਤ ਮਾੜਾ ਕੰਮ ਕਰ ਰਹੀ ਆ ਜਿਹੜਾ ਡੈਫੀਸਿਟ ਇੰਨਾ ਵੱਧ ਗਿਆ। ਜਦੋਂ ਸਰਪਲਸ ਹੁੰਦਾ ਤਾਂ ਲੋਕ ਖੁਸ਼ ਹੋ ਜਾਂਦੇ ਆ। ਪਰ ਜਿਹੜੀ ਗੱਲ ਦਿਓਲ ਸਾਹਿਬ ਕਹਿ ਰਿਹਾ ਵੀ ਜਿਹੜਾ ਮਤਲਬ ਸੁਸਾਇਟੀ ਦੇ ਵਿੱਚ ਜਿਹੜਾ ਕਹਿ ਲਓ ਡੈਫੀਸਿਟ ਰੱਖਿਆ ਜਾਂਦਾ, ਉਹਦੇ ਬਾਰੇ ਲੋਕ ਭੁੱਲ ਜਾਂਦੇ ਆ ਜੀ। ਤੁਸੀਂ ਕੀ ਆਖੋਗੇ ਇਹਦੇ ਬਾਰੇ? ਅਸਲ 'ਚ ਇਹ ਹੈ ਕਿ ਮਨ ਤਾਂ ਇਹ ਲੱਗਦਾ ਕਿ ਜਿਹੜਾ ਇਹ ਚੌਥਾ ਬਜਟ ਹੈ, ਇਹ ਨਾ ਤਾਂ ਕੋਈ ਜ਼ਿਆਦਾ ਖੁਸ਼ੀ ਵਾਲੀ ਗੱਲ ਲੱਗ ਰਹੀ ਹੈ, ਨਾ ਜ਼ਿਆਦਾ ਉਦਾਸੀ ਵਾਲੀ ਲੱਗ ਰਹੀ ਹੈ। ਕਿਉਂਕਿ ਪਿਛਲੇ ਕੁਛ ਇੱਕ ਸਾਲਾਂ, ਜਿਵੇਂ ਕਿ ਦਿਓਲ ਸਾਹਿਬ ਨੇ ਦੱਸਿਆ ਕਿ ਬਈ ਪ੍ਰਾਈਸਿਸ ਜਿਹੜੀ ਆਇਲ ਦੀ ਸੀ ਬਹੁਤ ਨੀਚੇ ਚਲੇ ਗਈਆਂ ਸੀ,
ਈਵਨ 2021 ਦੇ ਵਿੱਚ ਉਹ $16 ਤੱਕ ਚਲੇ ਗਈ ਸੀ। ਜੀ। ਹੁਣ ਉਹ 100 ਤੱਕ ਵੱਧ ਕੇ ਆ ਗਈ ਹੈ। ਤੇ 2021 ਦੇ ਵਿੱਚ ਜਿਹੜੀ ਰਿਟਰਨ ਆਈ ਹੈ ਰਾਇਲਟੀਜ਼ ਤੋਂ ਤੇ ਆਇਲ ਤੋਂ, ਉਹ 2.8 ਬਿਲੀਅਨ ਹੈ, ਜਿਹੜੀ ਕਿ ਹੁਣ ਐਕਸਪੈਕਟਡ ਹੈ ਆਪਣੇ 2023 ਦੇ ਸ਼ੁਰੂ ਤੱਕ ਉਹ ਜਾ ਕੇ 13.8 ਬਿਲੀਅਨ ਹੋ ਜਾਣੀ ਹੈ। ਜੀ। ਤੇ ਇਹ ਬਹੁਤ ਅੱਛੀ ਮਤਲਬ ਕਿ ਆਸਪੈਕਟ ਹੈਗੀ। ਲੇਕਿਨ ਦਿਓਲ ਸਾਹਿਬ ਦੀ ਗੱਲ ਇਸ ਦ੍ਰਿਸ਼ਟੀ ਨਾਲ ਸਹੀ ਹੈ ਕਿ ਜਿਸ ਤਰ੍ਹਾਂ ਸਕੂਲਸ ਹੈ, ਜਿਸ ਤਰ੍ਹਾਂ ਹੈਲਥ ਹੈ ਜਾਂ ਦੂਸਰੇ ਵਿਭਾਗ ਹੈ, ਜਾਂ ਜਿਸ ਤਰ੍ਹਾਂ ਆਪਣਾ ਮਿਊਨਿਸਪੈਲਿਟੀਜ਼ ਨੇ, ਜਿਸ ਤਰ੍ਹਾਂ ਇੱਥੇ ਦੇ ਮੇਅਰ ਨੇ ਕਿਹਾ ਕਿ ਸਾਡੀ ਕੋਈ ਵੀ ਨਹੀਂ ਸੁਣੀ ਗਈ। ਇੱਕ ਤਾਂ ਲੱਗਦਾ ਵੀ ਸਰਕਾਰ ਨਾ ਗੱਲਬਾਤ ਕਰਨ 'ਚ ਜ਼ਿਆਦਾ ਕੋਈ ਕਹਿੰਦਾ ਵਿਸ਼ਵਾਸ ਨਹੀਂ ਰੱਖਦੀ। ਵਿਸ਼ਵਾਸ ਨਹੀਂ ਕਰਦੀ, ਖੁਸ਼ੀ ਪ੍ਰਾਪਤ ਨਹੀਂ ਕਰਦੀ। ਉਹੀ ਕਰਦੀ ਹੈ ਵੀ ਕਿਤੇ ਚੁਭਲ ਲਾਤੀ ਜਾਏ ਤਾਂ ਜ਼ਿਆਦਾ ਹੀ ਚੰਗੀ ਹੈਗੀ। ਤੇ ਹੁਣ ਤੁਸੀਂ ਦੇਖੋ ਕਿ ਜਿਸ ਤਰ੍ਹਾਂ LRT ਦਾ ਤੇ ਇਕੁਅਲਾਈਜੇਸ਼ਨ ਦੇ ਫਾਰਮੂਲੇ ਦੇ ਅੰਡਰ ਫੈਡਰਲ ਗਵਰਨਮੈਂਟ ਨੇ 4 ਕਿੰਨਾ ਬਿਲੀਅਨ ਦੇਣ ਦਾ ਬਲਕਿ ਵਾਅਦਾ ਕੀਤਾ ਜੀ। ਹੁਣ ਲੇਕਿਨ ਇਹ ਸ਼ੋਰਟੀ ਨਹੀਂ ਦੇ ਰਹੇ ਹਾਲ ਤੱਕ ਕਿ ਵੀ ਅਸੀਂ ਇਕੁਅਲਾਈਜੇਸ਼ਨ ਦੇ ਫਾਰਮੂਲੇ ਦੇ ਨਾਲ ਪੈਸੇ ਲਾਵਾਂਗੇ। ਅਸੀਂ ਪੈਸੇ ਲਾਵਾਂਗੇ। ਇਹਦੇ ਨਾਲ ਜਿਹੜਾ ਮਿਸਟਰ ਅਮਰਜੀਤ ਸੋਈ ਉਹਨੇ ਠੀਕ ਹੀ ਕਿਹਾ। ਇਹ ਮੈਨੂੰ ਥੋੜ੍ਹਾ ਜਿਹਾ ਜ਼ਰੂਰ ਲੱਗਿਆ ਕਿ ਵੀ ਉਹਨੇ ਵੀ ਬਹੁਤ ਪਹਿਲੀ ਵਾਰ ਲੱਗਿਆ ਕਿ ਜਿਵੇਂ ਗਰਮ ਜੀ ਭਾਸ਼ਾ ਦਾ ਪ੍ਰਯੋਗ ਕਰਿਆ। ਇਹ ਉਹਦੀ ਵੈਸੇ ਗੱਲਬਾਤ ਜਿਵੇਂ ਆਮ ਹੁੰਦੀ ਉਹਦੇ ਮੁਤਾਬਕ ਤਾਂ ਨਹੀਂ ਸੀ ਉਹ। ਤੇ ਲੇਕਿਨ ਆਪਾਂ ਦੇਖੀਏ ਤਾਂ 3 ਪੁਆਇੰਟ ਮੈਂ ਦੇਖਿਆ ਸੀ, 3 ਪੁਆਇੰਟ ਤੇ 600 ਮਿਲੀਅਨ ਦੇ ਕਰੀਬ ਐਡਮਿੰਟਨ ਨੂੰ ਮਿਲਿਆ ਤੇ ਕੈਲਗਰੀ ਨੂੰ ਉਸ ਤੋਂ ਥੋੜ੍ਹਾ ਜ਼ਿਆਦਾ ਮਿਲਿਆ, ਕਿਉਂਕਿ ਕੈਲਗਰੀ ਦੀ ਆਬਾਦੀ ਜਿਹੜੀ ਹੈ ਉਹ ਅਲਬਰਟਾ ਦੀ 30% ਆਬਾਦੀ ਹੈ। ਉੱਥੇ ਦੇ ਮੇਅਰ ਨੇ ਵੀ ਇਹ ਕਿਹਾ ਵੀ ਸਾਡੀ ਆਬਾਦੀ 30% ਹੈ, ਉਹ ਵੀ ਖੁਸ਼ ਨਹੀਂ ਹੈਗੀ। ਖਾਸ ਕਰ ਅੱਜ ਲੈ ਕੇ ਆਪਣਾ ਟ੍ਰਾਂਜ਼ਿਟ ਨੂੰ ਲੈ ਕੇ, ਹਾਊਸਿੰਗ ਦੀ ਪ੍ਰੋਬਲਮ ਨੂੰ ਲੈ ਕੇ, ਤੇ ਆਪਣਾ ਇਹ ਕੀ ਹੁੰਦਾ ਹੋਰ ਤੀਸਰੀ ਹੋਰ ਸੀ ਉਹਨਾਂ ਦੀ ਮੰਗ ਪੁਲਿਸਿੰਗ ਹੈ ਜੀ। ਪੁਲਿਸਿੰਗ ਹਾਂ ਪੁਲਿਸ। ਸੇਫਟੀ। ਹਾਂ ਵੀ ਉਹ ਵੀ ਕਹਿ ਰਹੇ ਕਿ ਸਾਨੂੰ ਜੋ ਫੰਡ ਚਾਹੀਦੇ ਸੀ ਉਹ ਨਹੀਂ ਮਿਲ ਰਹੇ, ਕੈਲਗਰੀ ਵਾਲਿਆਂ ਨੇ ਵੀ ਕਿਹਾ। ਲੇਕਿਨ ਓਵਰਆਲ ਜਿਸ ਤਰ੍ਹਾਂ ਆਪਣਾ ਦੋਨੋਂ ਹੀ ਮੇਅਰ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਮਿਲਿਆ, ਲੇਕਿਨ ਜਿਹੜੇ ਉਹਨਾਂ ਦਾ ਡਾਊਨਟਾਊਨ ਹੈ ਦੋਨਾਂ ਨੂੰ 5-5 ਮਿਲੀਅਨ ਮਿਲਿਆ। ਕਿੰਨੇ ਮਿਲੀਅਨ ਜੀ? 5-5 ਮਿਲੀਅਨ। ਇਹਨੇ ਦਾ ਤਾਂ ਲੋਟ ਨਹੀਂ ਮਿਲਦਾ ਜੀ ਅੱਜ ਕੱਲ੍ਹ। ਆਹੋ, ਤਦੇ ਉਹਨਾਂ ਨੇ ਕਿਹਾ ਵੀ ਘੱਟ ਹੈ। ਮੇਰਾ ਮਤਲਬ ਕੈਲਗਰੀ ਨੂੰ ਵੀ ਇੰਨਾ ਜ਼ਿਆਦਾ ਨਹੀਂ ਮਿਲਿਆ, ਲੇਕਿਨ ਜੇ ਕੈਲਗਰੀ ਨੂੰ ਥੋੜ੍ਹਾ ਬਹੁਤ ਜ਼ਿਆਦਾ ਮਿਲਿਆ ਜਾਂ ਰੈਡ ਡੀਅਰ ਨੂੰ ਮਿਲਿਆ, ਉਹਦਾ ਕਾਰਨ ਇਹ ਹੈ ਕਿ ਜਿਹੜੇ ਬਜਟ ਹੈ, ਹੁਣ ਜਿਹੜੇ ਬਜਟ ਹੈ ਇੱਕ ਪੋਲੀਟੀਕਲ ਡਾਕੂਮੈਂਟ ਬਣ ਕੇ ਰਹਿ ਗਏ ਹੈ ਜੀ। ਇਹਦੇ ਚ ਲੋਕਾਂ ਦੀ ਬਿਹਤਰੀ ਦੀ ਕੋਈ ਗੱਲਬਾਤ ਨਾ ਸੋਚੀ ਜਾਏ। ਨਾ ਹੁਣ ਤਾਂ ਇਹ ਹੈ ਕਿ ਜਿੱਥੇ ਵੋਟ ਹੈ ਉੱਥੇ ਕੈਸ਼ ਹੈ। ਹੁਣ ਜੇ ਤੁਸੀਂ ਵੋਟ ਹੀ ਨਹੀਂ ਦੇ ਰਹੇ ਐਡਮਿੰਟਨ 'ਚ, ਤਾਂ ਤੁਸੀਂ ਕੈਸ਼ ਕਿਉਂ ਐਕਸਪੈਕਟ ਕਰਦੇ ਆ ਸੋਚਦਾ। ਕਿਉਂਕਿ ਹੁਣ ਕੋਈ ਇਹ ਤਾਂ ਰਹੀ ਨਹੀਂ ਕਿ ਵੀ ਉਹਨੂੰ ਕੋਈ ਸਵਾਲ ਕਰੂਗਾ ਉਹਦਾ ਪਾਰਟੀ ਦਾ ਬੰਦਾ ਵੀ ਤੂੰ ਆਈਡੀਓਲੋਜੀ ਤੇ ਨਹੀਂ ਖੜਿਆ ਜਾਂ ਇਹ ਤੇ ਨਹੀਂ ਖੜਾ, ਤੂੰ ਆਹ ਕਮਿਟਮੈਂਟ ਨਹੀਂ ਪੂਰੀ ਕਰ ਰਿਹਾ, ਜਾਂ ਲੋਕ ਕਹਿਣਗੇ। ਹੁਣ ਆਈਡੀਓਲੋਜੀ ਵਾਲੀ ਗੱਲ ਤਾਂ ਦੇਖੋ ਪਿੱਛੇ ਰਹਿ ਗਈ। ਤੁਹਾਡਾ ਮਤਲਬ ਹੈ ਵੀ ਇਹ ਜਿਹੜਾ ਰਾਜਨੀਤੀ ਦਾ ਹੁਣ ਲੈਵਲ ਹੈ, ਸਤਰ ਇੰਨਾ ਨੀਵਾਂ ਹੁੰਦਾ ਤੁਰਿਆ ਜਾ ਰਿਹਾ ਜੀ। ਜਿਹੜੀ ਰਾਜਨੀਤਿਕ ਸੋਚ ਹੈ ਉਹਦਾ ਕੋਈ ਜ਼ਿਆਦਾ ਮਹੱਤਵ ਹੁਣ ਰਿਹਾ ਨਹੀਂ ਹੈ। ਜਿੱਥੇ ਤਾਂ NDP ਪਾਰਟੀ ਦਾ ਵੀ ਮੈਂ ਸਮਝਦਾ ਕਿ ਜਿਵੇਂ ਨੈਸ਼ਨਲ ਲੈਵਲ ਤੇ ਉਹਨਾਂ ਨੇ ਆਪਣਾ ਇੱਕੋ ਆਖਰੀ ਰਹਿ ਗਿਆ ਸੀ ਉਹਨਾਂ ਦਾ ਵੀ ਸੋਸ਼ਲਿਜ਼ਮ, ਉਹਨਾਂ ਨੇ ਉਹਦਾ ਵੀ ਪਿੱਛਾ ਛੁਡਾ ਲਿਆ ਸੀ ਉਸ ਤੋਂ। ਹੁਣ ਮਤਲਬ ਕਿ ਕੋਈ ਸੋਚ ਵਾਲੀ ਗੱਲ ਨਹੀਂ ਰਹੀ ਹੈ। ਲੇਕਿਨ ਇਹ ਹੈ ਕਿ NDP ਤੇ ਹਲੇ ਵੀ ਜਿਹੜੀ ਉਹਨਾਂ ਦੀ ਸੋਚ ਹੈ ਇਹ ਹੈ ਕਿ ਵੀ ਜਿਸ ਤਰ੍ਹਾਂ UCP ਵਾਲੇ ਕਹਿੰਦੇ, ਕੰਜ਼ਰਵੇਟਿਵ ਕਹਿੰਦੇ ਕਿ ਗਵਰਨਮੈਂਟ ਹੈਜ਼ ਨੋ ਬਿਜ਼ਨਸ ਇਨ ਬਿਜ਼ਨਸ। ਇਹਨਾਂ ਦਾ ਐਸਾ ਨਹੀਂ ਹੈ। ਇਹ ਆਪਣੀਆਂ ਸੋਸ਼ਲ ਸਕੀਮਸ ਤੇ ਵੈਲਫੇਅਰ ਸਕੀਮਸ ਦੇ ਜ਼ਰੀਏ ਆਮ ਆਦਮੀ ਦੀ ਹੈਲਪ ਕਰਦੇ, ਜਿਵੇਂ ਕਿ ਆਪਾਂ ਪਿੱਛੇ 4 ਸਾਲ ਦੇਖਿਆ। ਨਹੀਂ ਉਹ ਮਤਲਬ ਇਦਾਂ ਲੱਗਦਾ ਜੀ ਵੀ ਪਿਛਲੇ ਜਦੋਂ NDP ਸਰਕਾਰ ਸੀ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਖਰਚ ਵੀ ਕੀਤਾ, ਪੈਸਾ ਲਾਇਆ, ਪਰ ਉਹਦੇ ਨਾਲ ਜਿਹੜਾ ਡੈਫੀਸਿਟ ਸੀ ਉਹ ਬਹੁਤ ਵੱਧ ਗਿਆ ਸੀਗਾ। ਔਰ ਉਸ ਗੱਲ ਤੇ ਹਰ ਪਾਸਿਓਂ ਉਹਨਾਂ ਦਾ ਕ੍ਰਿਟਿਸਿਜ਼ਮ ਹੋਣ ਲੱਗ ਪਿਆ ਕਿ ਉਹਨਾਂ ਨੇ ਅਖੀਰ ਤੇ ਕਹਿਤਾ ਕਿ 2024 ਤੱਕ ਇਹ 96 ਬਿਲੀਅਨ ਹੋ ਜਾਏਗਾ ਜੀ। ਲੇਕਿਨ ਜਦ ਉਹਨਾਂ ਨੂੰ ਪੁੱਛਿਆ ਗਿਆ ਕਿ ਇਹ ਤੋਂ ਬਾਹਰ ਨਿਕਲਣ ਦਾ ਰਸਤਾ ਕੀ ਹੈ, ਰਸਤਾ ਕਿਸੇ ਕੋਲ ਥਾ ਨਹੀਂ। ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਮੇਰੇ ਏਰੀਏ ਦੇ ਜਿਹੜੇ MLA ਹੈ, ਮੈਂ ਉਹਨਾਂ ਨੂੰ ਜਦੋਂ ਬਜਟ ਆਇਆ 96 ਵਾਲਾ, ਮੈਂ ਉਹਨੂੰ ਪੁੱਛਿਆ ਕਿ ਵੀ ਕੋਈ ਇਹਦਾ ਮੈਪ ਹੈ ਕਿ ਵੀ ਕੋਈ ਰੈਵਨਿਊ ਕਿੱਥੋਂ ਜਨਰੇਟ ਹੋਏਗਾ। ਹੀ ਜਸਟ ਸਮਾਈਲਡ ਐਂਡ ਵੈਂਟ ਅਵੇ। ਉਹਨੇ ਕੋਈ ਮੈਨੂੰ ਜਵਾਬ ਨਹੀਂ ਦਿੱਤਾ। ਉਹਨੂੰ ਮੈਂ ਫਿਰ ਆਪਣੇ ਪੇਪਰ 'ਚ ਲਿਖਿਆ ਵੀ। ਅੱਛਾ ਜੀ। ਤੇ ਨਾਲ ਮੈਂ ਇਹ ਅਪ੍ਰੈਲ 2018 ਦੀ ਗੱਲ ਹੈ, ਤੇ ਮੈਂ ਉਹ 'ਚ ਇਹ ਵੀ ਲਿਖਿਆ ਵੀ ਜੇ NDP ਇਹਦਾ ਚੰਗੀ ਤਰ੍ਹਾਂ ਕੋਈ ਸੋਲਿਊਸ਼ਨ ਨਹੀਂ ਕੱਢੇਗੀ, they will be defeated next year. I wrote in April
2018। ਉਹ ਮਤਲਬ ਇਦਾਂ ਸੀ ਜੀ ਵੀ ਐਨਡੀਪੀ ਨੂੰ ਵੀ ਲੱਗਦਾ ਸੀਗਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਕਹਿੰਦੇ ਹੁੰਦੇ ਆ, ਤੇਲ ਦੇ ਭਾਅ ਥੋੜ੍ਹੇ ਉੱਪਰ ਚਲੇ ਜਾਣਗੇ, ਪਰ ਉਹ ਤੇਲ ਦੇ ਭਾਅ ਉੱਪਰ ਗਏ ਨਹੀਂ। ਆਪਾਂ ਦੇਖਦੇ ਵੀ ਥੱਲੇ ਹੀ ਗਏ ਆ, ਨੈਚੁਰਲ ਗੈਸ ਵੀ ਥੱਲੇ ਰਹੀ। ਪਰ ਹੁਣ ਜਿਹੜੀ ਹੁਣ ਸਰਕਾਰ ਆ UCP ਵਾਲੀ, ਉਹਨਾਂ ਨੇ ਅਜਿਹੀ ਕਿਹੜੀ ਕੀ ਕਹਿੰਦੇ ਹੁੰਦੇ ਆ ਇੱਦਾਂ ਦੇ ਪ੍ਰੋਗਰਾਮ ਕੀਤੇ ਆ ਜੀ ਵੀ ਜੇ ਆਪਾਂ ਤੇਲ ਦੀਆਂ ਕੀਮਤਾਂ ਨੂੰ ਪਾਸੇ ਛੱਡ ਦਈਏ ਤੇ ਬਾਕੀ ਕਿਤੇ ਕਿੰਨਾ ਕੁ ਉਹਨਾਂ ਦੇ ਰੈਵਨਿਊ 'ਚ ਫਰਕ ਪਿਆ ਜੀ? ਉਹਨਾਂ ਦੇ ਬਾਕੀ ਜਿਹੜਾ ਉਹ ਕਹਿੰਦੇ ਨਾ ਵੀ ਅਸੀਂ ਖਰਚਾ ਵਰਚਾ ਘੱਟ ਕੀਤਾ, ਉਹਦੇ ਨਾਲ ਕਿੰਨਾ ਕੁ ਪਿਆ ਜੀ ਫਰਕ? ਤੇਲ ਤੋਂ 16% ਜਿਹੜਾ ਹੈਗਾ ਨਾ ਰੈਵਨਿਊ ਆਉਂਦਾ ਹੈ ਅਲਬਰਟਾ ਨੂੰ, ਹੈ ਜੀ। ਹੁਣ ਤੁਸੀਂ ਦੇਖੋ ਨਾ 2.8 ਤੋਂ 13.8 ਹੋ ਜਾਣਾ ਉਹਨੇ ਜੀ, ਹੈ ਜੀ। ਲੇਕਿਨ ਉਹਦੇ ਮੁਤਾਬਕ ਜਿੰਨਾ ਕੁ ਉਹਨਾਂ ਨੇ ਖੁਸ਼ ਹੋਏ ਆ ਕਿ ਵੀ ਇੰਨਾ ਪੈਸਾ ਆਊਗਾ, ਉਹਦੇ ਮੁਤਾਬਕ ਨਾ ਤਾਂ ਐਜੂਕੇਸ਼ਨ ਨੂੰ ਦਿੱਤਾ, ਹੈਲਥ ਨੂੰ ਕੰਪੈਰੀਟਿਵਲੀ ਦੂਜਿਆਂ ਤੋਂ ਜ਼ਿਆਦਾ ਦਿੱਤਾ ਇਸ ਵਾਰੀ, 500 ਕੁਛ ਮਿਲੀਅਨ ਜ਼ਿਆਦਾ। ਤੇ ਲੇਕਿਨ ਨਾਲੋਂ ਨਾਲ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਹੈਲਥ ਦੇ ਵਿੱਚ, ਉਹਨੂੰ ਪ੍ਰਮੋਟ ਕਰ ਰਹੇ ਜੀ। ਅੱਛਾ, ਇੱਕ ਜਿਹੜੇ ਪ੍ਰਾਈਵੇਟ ਸਕੂਲਸ ਹੈ ਉਹਨਾਂ ਵਾਸਤੇ ਵੀ ਖਾਸ ਹੋ ਕੇ ਲਫ਼ਜ਼ ਇਸਤੇਮਾਲ ਕਰਦੇ ਆ, ਚਾਰਟਰ ਸਕੂਲਸ, ਉਹਨਾਂ ਨੂੰ 70-72 ਮਿਲੀਅਨ ਦੇਤਾ, ਹੈ ਜੀ। ਜਦੋਂ ਕਿ ਉੱਥੇ ਸਿਰਫ ਸਟੂਡੈਂਟ ਪੜ੍ਹਦੇ ਆ 1.5%, ਔਰ ਜਿਹੜੇ ਪਬਲਿਕ ਸਕੂਲ ਔਰ ਕੈਥੋਲਿਕ ਸਕੂਲ ਹੈ ਉਹਨਾਂ 'ਚ ਨਵੇਂ ਸਟੂਡੈਂਟ ਆ ਜਾਣੇ 2.5% ਹੋਰ। ਉਹਨਾਂ ਵਾਸਤੇ ਕੁਝ ਵੀ ਪ੍ਰੋਵੀਜ਼ਨ ਨਹੀਂ ਹੈ। ਉਹਨਾਂ ਵਾਸਤੇ 1000 ਟੀਚਰਸ ਦੀ ਲੋੜ ਹੈ, ਨਾਲ ਸਪੋਰਟਿੰਗ ਸਟਾਫ ਦੀ ਜ਼ਰੂਰਤ ਹੈ। ਉਹਦੇ ਬਾਰੇ ਗਵਰਨਮੈਂਟ ਕੁਝ ਨਹੀਂ ਦੇ ਰਹੀ, ਕੋਈ ਕਮਿਟਮੈਂਟ ਨਹੀਂ ਕਰ ਰਹੀ। ਨਹੀਂ, ਜੇ ਮਤਲਬ ਸਰਕਾਰ ਦਾ ਐਟੀਟਿਊਡ ਇਸੇ ਤਰ੍ਹਾਂ ਹੀ ਰਹਿੰਦਾ ਵੀ ਲਓ ਜੀ ਐਡਮਿੰਟਨ ਵਾਲਿਆਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ, ਇਸ ਕਰਕੇ ਅਸੀਂ ਇਹਨਾਂ ਨੂੰ ਦੇਣਾ ਕੁਝ ਨਹੀਂ, ਇਹ ਕਿਸ ਤਰ੍ਹਾਂ ਦਾ ਫਿਰ ਪ੍ਰੋਵਿੰਸ ਕ੍ਰੀਏਟ ਕੀਤਾ ਜਾ ਰਿਹਾ ਜੀ? ਨਹੀਂ, ਅਸਲ ਤਾਂ ਪੋਲੀਟੀਕਲ ਇਸ਼ੂ ਹੈ ਇਹ, ਕਿ ਉਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਹੈਗਾ ਜਿਹਨੂੰ ਕਹਿੰਦੇ ਐਕਸਟ੍ਰੀਮ ਕੰਜ਼ਰਵੇਟਿਵ, ਹੈ ਜੀ। ਤੇ ਉਹਨਾਂ ਨੇ ਤਾਂ ਫ੍ਰੀ ਮਾਰਕੀਟ ਤੇ ਨਿਓ ਲਿਬਰਲਿਜ਼ਮ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਫ੍ਰੀ ਮਾਰਕੀਟ 'ਚ ਜਿਹਦੇ ਜੇਬ 'ਚ 4 ਪੈਸੇ ਉਹਦੀ ਜੇਬ 'ਚ 4 ਪੈਸੇ ਹੋਰ ਆ ਜਾਣਗੇ। ਤੁਸੀਂ ਇਹ ਦੇਖੋ, ਇੱਧਰ ਪੈਂਡੈਮਿਕ ਸੀ ਤੇ ਲੇਕਿਨ ਇੱਥੇ ਕੈਨੇਡਾ 'ਚ 40 ਜਿਹਨੂੰ ਕਹਿੰਦੇ ਬਿਲੀਅਨਰ ਹੋਰ ਪੈਦਾ ਹੋ ਗਏ, ਲੇਕਿਨ 11% ਇੱਥੇ ਦੀ ਜਿਹੜੀ ਜਨਤਾ ਸੀ ਉਹ ਹੋਰ ਗੁਰਬਤ 'ਚ ਥੱਲੇ ਚਲੇ ਗਈ ਜੀ। ਨਹੀਂ ਕਾਲੀਆ ਸਾਹਿਬ, ਦੇਖੋ ਇੱਥੇ ਰਹੀ ਤਾਂ ਕੰਜ਼ਰਵੇਟਿਵ ਸਰਕਾਰ ਹੀ ਆ ਪਹਿਲਾਂ ਵੀ। ਅੱਛਾ, ਪਰ ਪਹਿਲਾਂ ਉਹ ਇਸ ਤਰ੍ਹਾਂ ਇੱਦਾਂ ਨਹੀਂ ਟਰੀਟ ਕਰਦੇ ਵੀ ਚੰਗਾ ਵੀ $5 ਮਿਲੀਅਨ ਦੇ ਦਿੱਤਾ ਬਜਟ 'ਚ, ਮਤਲਬ ਹੁਣ ਉਹ ਸਿਟੀ ਦਾ ਮੇਅਰ ਕਹਿੰਦਾ ਵੀ ਸਾਡੇ ਤਾਂ ਮੂੰਹ ਤੇ ਚਪੇੜ ਮਾਰੀ ਆ ਇੱਕ ਕਿਸਮ ਦੀ ਇਹ $5 ਮਿਲੀਅਨ ਦੇ ਕੇ, ਜਿਹੜੀਆਂ ਬਾਕੀ ਦੇ 3 ਇਸ਼ੂ ਸੀ ਉਹਨਾਂ ਨੇ ਟੱਚ ਹੀ ਨਹੀਂ ਕੀਤਾ ਉਹਨਾਂ ਨੂੰ। ਬਿਲਕੁਲ, ਖਾਸ ਕਰ ਹਾਊਸਿੰਗ ਵਾਲੀ ਪ੍ਰੋਬਲਮ ਬਹੁਤ ਬੜੀ ਪ੍ਰੋਬਲਮ ਆ। ਹਾਊਸਿੰਗ ਦੀ ਹੋਈ ਜੀ, ਟ੍ਰਾਂਜ਼ਿਟ ਦੀ ਹੋਈ। ਟ੍ਰਾਂਜ਼ਿਟ 'ਚ ਇਹ ਹੈ ਕਿ LRT ਵਾਸਤੇ ਤਾਂ ਗਵਰਨਮੈਂਟ ਆਫ ਕੈਨੇਡਾ ਨੇ ਕਾਫੀ ਮੇਰੇ ਖਿਆਲ 4 ਬਿਲੀਅਨ ਦਾ ਕਮਿਟਮੈਂਟ ਕੀਤੀ ਹੈ। ਪਰ ਇਹ ਵੀ ਜਿਹੜਾ ਹੈਗਾ ਕੈਨੀ ਦੀ ਜਿਹੜੀ ਗਵਰਨਮੈਂਟ ਹੈ, ਇਹ ਵੀ ਇਕੁਅਲਾਈਜੇਸ਼ਨ ਦੇ ਫਾਰਮੂਲੇ ਨਾਲ ਆਪਣਾ ਹਿੱਸਾ ਦੇਣ ਨੂੰ ਤਿਆਰ ਤਾਂ ਹੋਏ ਨਾ, ਉਹ ਹੋ ਨਹੀਂ ਰਿਹਾ। ਦੈਟ ਇਜ਼ ਅ ਪ੍ਰੋਬਲਮ। ਦਿਓਲ ਸਾਹਿਬ, ਤੁਸੀਂ ਦੱਸੋ ਵੀ ਇਹ ਜਿਹੜੀ ਸਰਕਾਰ, ਜੇ ਫਰਜ਼ ਕਰੋ ਤੇਲ ਦੇ ਜਿਹੜੇ ਇੰਨੀ ਕੀਮਤਾਂ ਨਾ ਹੁੰਦੀਆਂ ਤਾਂ ਇਹ ਜਿਹੜਾ ਬਜਟ ਆ ਇਹ ਬੈਲੈਂਸ ਬਜਟ ਹੋ ਜਾਂਦਾ ਜੀ? ਇਹ ਜਿਹੜੀਆਂ ਉਹ ਕਹਿੰਦੇ ਵੀ ਐਮਪਲੋਇਮੈਂਟ ਬਹੁਤ ਵੱਧ ਗਈ ਜਾਂ ਇੱਥੇ ਇਨਵੈਸਟਮੈਂਟ ਜ਼ਿਆਦਾ ਆ ਗਈ, ਉਹਦੇ ਕਰਕੇ ਸਾਡੇ ਹੁਣ ਜਿਹੜਾ ਇਨਕਮ ਦਾ ਭੰਡਾਰ ਆ ਵੱਧਦਾ ਜਾਂਦਾ, ਉਹ ਪੋਸੀਬਲ ਹੈ ਜੀ? ਦੇਖੋ ਜੀ, ਮੈਂ ਗੱਲ ਦੇ ਸ਼ੁਰੂ 'ਚ ਕਹੀ ਸੀ ਕਿ ਜਿਹੜੀਆਂ ਇਹ ਇੱਕ ਹਵਾਰਾ ਆ ਨਾ ਗਲੋਬਲ ਆਇਲ ਪ੍ਰਾਈਸਿਸ ਦੇ ਵਿੱਚ, ਇਹ ਗੱਲ ਸਿਰਫ ਮੇਰੀ ਲੋੜ ਨਹੀਂ ਹੈ, ਸਧਾਰਨ ਬੰਦਾ ਜਿਹੜਾ ਅਲਬਰਟਾ 'ਚ ਬੈਠਾ ਉਹਨੂੰ ਵੀ ਪਤਾ ਵੀ ਇਹ ਜਿਹੜਾ ਉੱਥੇ ਉਛਾਲ ਆਇਆ ਕੀਮਤਾਂ ਦੇ ਵਿੱਚ, ਉਹਦੇ ਨਾਲ ਜਿਹੜਾ ਰੈਵਨਿਊ ਆਇਆ ਡੈਫੀਨੇਟਲੀ ਉਹਨੇ ਜਿਹੜਾ ਆ ਇਹਨਾਂ ਨੂੰ ਬੈਲੈਂਸ ਬਜਟ ਕਰਨ ਦੇ ਵਿੱਚ ਉਹਦੀ ਮਦਦ ਕੀਤੀ ਆ। ਸਵਾਲ ਫਿਰ ਉਹੀ ਆ, ਮੈਂ ਥੋੜ੍ਹਾ ਜਿਹਾ ਇਹਦੇ ਨਾਲੋਂ ਥੋੜ੍ਹੀ ਗੱਲ ਹੋਰ ਐਡ ਕਰਦਾ ਵੀ ਸਿਰਫ ਗੱਲ ਪੋਲੀਟੀਕਲ ਵੈਂਡੇਟਾ ਜਾਂ ਰਾਜਸੀ ਬਦਲਾਖੋਰੀ ਦੀ ਨਹੀਂ ਹੈ। ਰਾਜਸੀ ਬਦਲਾਖੋਰੀ ਦੀ ਜੇ ਤੁਸੀਂ ਗੱਲ ਕਰਨੀ ਹੋਵੇ, ਕੋਈ ਐਡਮਿੰਟਨ ਨੂੰ ਬੇਸ ਬਣਾ ਕੇ ਗੱਲ ਕਰ ਸਕਦਾ, ਪਰ ਇਹਨਾਂ ਦਾ ਜਿਹੜਾ ਪੈਟਰਨ ਹੈ ਪਿਛਲੇ ਪੂਰੇ 3 ਸਾਲ ਦਾ 2019 ਤੋਂ ਲੈ ਕੇ ਜਦੋਂ ਦੇ ਉਹ ਆਫਿਸ 'ਚ ਆਏ ਨੇ, ਉਹ ਜਿਹੜੇ ਏਰੀਏ ਜਿਹੜੇ ਇਹਨਾਂ ਦੇ ਸਟਰੋਂਗ ਬੇਸ ਰਹੇ ਨੇ, ਰੂਰਲ ਕਮਿਊਨਿਟੀਜ਼ ਦੀ ਗੱਲ ਕੀਤੀ ਜਾ ਸਕਦੀ, ਉੱਥੇ ਜਿਹੜੇ ਪ੍ਰੋਮਿਸ ਕਰਕੇ ਆਏ ਸੀ ਜਿਹੜਾ ਉੱਥੇ ਦੀ ਸੇਫਟੀ ਦੇ ਇਸ਼ੂ ਨੂੰ ਲੈ ਕੇ ਵੀ ਉੱਥੇ 300 ਹੋਰ ਪੁਲਿਸਮੈਨ ਭੇਜਣੇ ਆ, ਹੋਰ ਤਰ੍ਹਾਂ ਦੇ ਜਿਹੜੇ ਇਨੋਵੇਸ਼ਨਸ ਦੇ ਪ੍ਰੋਜੈਕਟ ਲਾਵਾਂਗੇ, ਜੋਬ ਕ੍ਰੀਏਟ ਕਰਾਂਗੇ, ਜਿਹੜੀ ਇਕੋਨਮੀ ਨੂੰ ਬੂਸਟ ਕਰਾਂਗੇ, ਉਹਦੇ ਵਿੱਚ ਕੰਪਲੀਟਲੀ ਬੁਰੀ ਤਰ੍ਹਾਂ ਫੇਲ ਹੋਏ ਨੇ। ਜਿਸ ਤਰ੍ਹਾਂ ਦਾ ਇਹਨਾਂ ਨੂੰ ਉੱਥੇ ਪੁਸ਼ ਬੈਕ ਜਿਹੜਾ ਮਿਲ ਰਿਹਾ ਜਾਂ ਜਿਸ ਤਰ੍ਹਾਂ ਦਾ ਰਿਐਕਸ਼ਨ ਜਿਹੜਾ ਰੂਰਲ ਮਿਊਨਿਸਪੈਲਿਟੀਜ਼ ਦੇ ਵਿੱਚ ਸਪੈਸ਼ਲੀ ਹੈਗਾ, ਪਿਛਲੇ ਦਿਨਾਂ 'ਚ ਇਹ ਦਸੰਬਰ ਦੀ ਗੱਲ ਹੈ, ਰੂਰਲ ਮਿਊਨਿਸਪੈਲਿਟੀ ਦੀ ਜਿਹੜੀ ਐਸੋਸੀਏਸ਼ਨ ਉਹਨਾਂ ਦੀ ਕਨਵੈਨਸ਼ਨ ਸੀ
ਐਡਮਿੰਟਨ ਦੇ ਵਿੱਚ। ਉਹਦੇ ਜਾ ਕੇ ਆਪੋਜੀਸ਼ਨ ਨੇ ਜਿਹੜਾ ਬ੍ਰੌਡਬੈਂਡ ਦਾ ਆਪਣਾ ਇੱਕ ਪਲਾਨ ਜਿਹੜਾ ਉਹ ਲੇ ਕੀਤਾ ਵੀ ਇੰਨੇ ਬਿਲੀਅਨ ਡਾਲਰ ਦੇ ਨਾਲ ਅਸੀਂ ਜਿਹੜਾ, ਕਿਉਂਕਿ ਉੱਥੇ ਬਹੁਤ ਮਾੜੀ ਹਾਲਤ ਹੈ। ਮੈਂ ਉੱਥੇ ਮਿਲਿਆ ਜਾਂ ਉੱਥੇ ਇੱਦਾਂ ਦੀ ਐਕਸੈਪਟੈਂਸ ਸੀ, ਤੁਸੀਂ ਅੰਦਾਜ਼ਾ ਕਰੋ। ਮੈਂ ਥੋੜ੍ਹਾ ਹੈਜ਼ੀਟੈਂਟ ਵੀ ਸਾਂ ਕਿ ਮੈਂ ਇੱਕ ਤਾਂ NDP ਤੋਂ ਹਾਂ, ਦੂਜਾ ਰੇਸ਼ਲਾਈਜ਼ ਕਮਿਊਨਿਟੀ 'ਚੋਂ ਹਾਂ, ਅਤੇ ਇੱਦਾਂ ਦਾ ਕੋਈ ਪ੍ਰੈਸੀਡੈਂਟ, ਇੱਦਾਂ ਦੀ ਕੋਈ ਗੱਲਬਾਤ ਸੁਣੀ ਨਹੀਂ ਸੀ ਕਿ ਇਸ ਢੰਗ ਦੇ ਨਾਲ ਤੁਸੀਂ ਜਾ ਕੇ ਰੂਰਲ ਕਮਿਊਨਿਟੀਜ਼ 'ਚ ਡਿਸਕਸ਼ਨ ਕਰ ਸਕਦੇ। ਮੈਂ ਉੱਥੇ ਆਪ ਰਿਪਰੈਜ਼ੈਂਟੇਟਿਵ ਦੇ ਤੌਰ ਦੇ ਉੱਤੇ ਗਿਆ ਬਾਕੀ MLAs ਦੇ ਨਾਲ। ਮੈਂ ਹੈਰਾਨ ਹਾਂ ਕਿ ਇੰਨਾ ਜ਼ਿਆਦਾ ਵਿਰੋਧ ਰੂਰਲ ਕਮਿਊਨਿਟੀਜ਼ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਇਕੋਨਮੀ ਆ ਉਹ ਆਇਲ ਦੇ ਉੱਤੇ ਸੀ। ਅੱਜ ਵੀ ਉਹਦੇ ਤੋਂ ਅੱਗੇ ਕੋਈ ਇਹਨਾਂ ਦਾ ਵਿਜ਼ਨ ਨਹੀਂ ਦਿਖਾਈ ਦਿੰਦਾ। ਜਿਹੜਾ ਇੱਕ ਟੈਂਪਰੇਰੀ ਬੂਮ ਐਂਡ ਬਸਟ ਦਾ ਉਹ ਸਾਈਕਲ ਆ ਜਿਹਨੂੰ ਇਹਨੇ ਯੂਜ਼ ਕੀਤਾ, ਉਹਦੇ ਤੋਂ ਅੱਗੇ ਇਹਨਾਂ ਨੇ ਕੋਈ ਵਿਜ਼ਨ ਨਹੀਂ ਆਪਣਾ ਪੇਸ਼ ਕੀਤਾ ਵੀ ਉਹਦੇ ਤੋਂ ਅੱਗੇ ਕੀ ਇਹਨਾਂ ਦੇ ਕੋਲ ਹੈ, ਜਿਹੜੀ ਵਿਉਂਤਬੰਦੀ ਹੈ, ਜਿਹੜੀ ਲੌਂਗ ਟਰਮ ਜਿਹੜੀ ਇਕੋਨਮੀ ਨੂੰ ਇੱਥੇ ਸਸਟੇਨੇਬਲ ਜਿਹੜੇ ਪ੍ਰੋਜੈਕਟ ਲਿਆਉਣ ਦੇ ਲਈ। ਉਹ ਬੜੇ ਨਿਰਾਸ਼ ਸੀ। ਐਗਰੀਕਲਚਰ ਤੋਂ ਉਹਨਾਂ ਦੀ ਇਕੋਨਮੀ ਹੈ, ਉਹ ਬੜੇ ਨਿਰਾਸ਼ ਸੀ ਉਹਨਾਂ ਗੱਲਾਂ ਤੋਂ। ਸਕੂਲ ਕਿਉਂਕਿ ਕੋਵਿਡ ਦੇ ਦੌਰਾਨ ਜਿਹੜੇ ਨੇ ਔਨ ਆਫ ਇਨ ਪਰਸਨ ਆਨਲਾਈਨ ਬੜਾ ਵਿਚਾਰਿਆਂ ਨੂੰ ਬੈਕ ਐਂਡ ਫੋਰਥ ਜਾਣਾ ਪਿਆ। ਅਤੇ ਉਹ ਦੱਸ ਰਿਹਾ, ਕਹਿੰਦਾ ਸਾਡੇ ਤਾਂ ਘਰ ਦੇ ਵਿੱਚ ਜੇ ਅਸੀਂ 3 ਬੰਦੇ ਹਾਂ ਅਤੇ ਸਾਡੇ ਤਾਂ ਕੋਈ ਇੱਕ ਬੰਦਾ ਸ਼ਾਇਦ ਇੰਟਰਨੈਟ 'ਤੇ ਜਾ ਸਕਦਾ, ਸਾਡੇ ਤਾਂ 2 ਬੰਦੇ ਇੰਟਰਨੈਟ 'ਤੇ ਨਹੀਂ ਜਾ ਸਕਦੇ। ਬੱਚਾ ਕਿਵੇਂ ਪੜ੍ਹੂਗਾ ਅਤੇ ਘਰ ਤੋਂ ਕਿਵੇਂ ਕੰਮ ਕਰ ਸਕਦਾ? ਕੋਈ ਬੰਦਾ ਕੰਮ ਹੀ ਨਹੀਂ ਕਰ ਸਕਦਾ, ਪੋਸੀਬਿਲਿਟੀ ਨਹੀਂ ਹੈ। ਇਹ ਹਾਲ ਹੈ। ਇਹ ਠੀਕ ਹੈ ਕਿ ਇਸ ਵੇਲੇ ਇਹਨਾਂ ਨੇ ਜਿਹੜਾ ਬਜਟ ਆ ਪੇਸ਼ ਕੀਤਾ, ਉਹਦੇ ਵਿੱਚ ਬ੍ਰੌਡਬੈਂਡ ਦਾ ਇੱਕ ਸ਼ਬਦ ਵੀ ਪਾਇਆ, ਉਹਦੇ ਵਿੱਚ ਕੁਝ $100 ਮਿਲੀਅਨ ਦੀ ਉਹ ਫੰਡਿੰਗ ਵੀ ਦਿਖਾਈ ਆ। ਉਹਦੇ ਤੋਂ ਅੱਗੇ ਜਿਹੜਾ ਆ ਇਹਨਾਂ ਦੀ ਇੱਕ ਅਪਰੋਚ ਹੈ, ਡਾਕਟਰ ਸਾਹਿਬ ਨੇ ਪਹਿਲਾਂ ਹੀ ਕਿਹਾ, ਫਰੀ ਮਾਰਕੀਟ ਅਤੇ ਟ੍ਰਿਕਲ ਡਾਊਨ ਜਿਹੜੇ ਇਫੈਕਟ ਨੇ, ਉਹ ਜਿਹੜਾ ਸਾਰਾ ਕੁਝ ਫੇਲ ਹੋ ਚੁੱਕਾ। ਜਿਸ ਢੰਗ ਦੇ ਨਾਲ ਆਇਲ ਦੀ ਪ੍ਰਾਈਸ ਵੀ ਆ 2014 ਤੋਂ ਲੈ ਕੇ ਪਹਿਲੀ ਵਾਰੀ ਤੁਸੀਂ ਦੇਖੋ 7 ਸਾਲਾਂ ਦੇ ਵਿੱਚ ਉਹਨਾਂ ਨੂੰ ਉਹਦਾ ਬੈਨੀਫਿਟ ਮਿਲ ਗਿਆ, ਪਰ ਉਹਨਾਂ ਦਾ ਜਿਹੜਾ ਉਹਦੇ 'ਚ ਵਿਜ਼ਨ ਕੋਈ ਨਹੀਂ ਹੈ। ਕੋਈ ਡਿਵਰਸੀਫਿਕੇਸ਼ਨ ਦੇ ਵਿੱਚ ਫਰੇਮਵਰਕ ਵੀ ਨਹੀਂ ਤਿਆਰ ਕੀਤਾ ਗਿਆ। ਫੰਡਿੰਗ ਤੇ ਬਾਅਦ ਦੀ ਗੱਲ ਹੈ, ਕੋਈ ਫੰਡਿੰਗ ਨਹੀਂ ਹੈ। ਇਨੋਵੇਸ਼ਨਸ ਦੇ ਵਿੱਚ ਕੋਈ ਪੈਸਾ ਨਹੀਂ ਹੈ। ਇਨੋਵੇਸ਼ਨ ਦੇ ਵਿੱਚ ਜਿਹੜੇ ਸਿੰਪਲ ਜਿਹੜੇ ਹੈ ਸੀ ਡਿਜੀਟਲ ਮੀਡੀਆ ਟੈਕਸ ਕ੍ਰੈਡਿਟਸ ਜਾਂ ਅਲਬਰਟਾ ਇਨਵੈਸਟਰਸ ਟੈਕਸ ਕ੍ਰੈਡਿਟਸ, ਉਹ ਇਨਵੈਸਟਮੈਂਟ ਤੋਂ ਬਾਅਦ ਜਿਹੜੇ ਲੋਕਾਂ ਨੂੰ ਜੋਬਾਂ ਕ੍ਰੀਏਟ ਕਰਨ ਲਈ ਸੀ, ਉਹ ਤੱਕ ਐਲੀਮੀਨੇਟ ਕਰ ਦਿੱਤੇ ਗਏ। ਜਿਹੜਾ ਉਹਨਾਂ ਦਾ ਵਿਜ਼ਨ ਉਹਦੇ ਵਿੱਚ ਹੈ ਨਹੀਂ। ਹੁਣ ਜਿਹੜੀ ਤੁਸੀਂ ਅੰਦਾਜ਼ਾ ਲਾਓ ਵੀ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੀ ਕੱਟ ਹੈ, ਔਰ $150 ਮਿਲੀਅਨ ਦੀਆਂ ਜਿਹੜੀਆਂ ਟਿਊਸ਼ਨ ਫੀਸ ਹਾਈਕ ਇਸੇ ਸਾਲ ਦੀਆਂ, ਇਸ ਬਜਟ ਦੀਆਂ, ਜਿਹਨੂੰ ਬੈਸਟ ਬਜਟ ਕਹਿ ਰਹੇ ਆਪਾਂ ਉਹਨਾਂ ਦਾ, ਅਤੇ ਉਹਦੇ ਵਿੱਚ ਪ੍ਰੋਗਰਾਮਸ ਘੱਟ ਨੇ। ਮੈਂ ਜਿਹੜਾ ਕਾਲਜ ਸੇਂਟ ਜੌਨ ਹੈ, ਮੈਂ ਉਹਦੇ ਪ੍ਰਿੰਸੀਪਲਸ ਨਾਲ ਆਪ ਗੱਲ ਕੀਤੀ ਆ। ਉਹ ਮੇਰੇ ਕ੍ਰਿਟਿਕ ਪੋਰਟਫੋਲੀਓ ਦਾ ਕਹਿੰਦਾ 44% ਪ੍ਰੋਗਰਾਮ ਕੱਟ ਕੀਤੇ ਅਸੀਂ ਉਸ ਕਾਲਜ ਦੇ। ਜਿਹੜਾ ਇੱਕੋ ਹੀ ਇੱਕ ਵੈਸਟਰਨ ਕਾਲਜ ਦਾ, ਜਿਹੜਾ ਵੈਸਟਰਨ ਕੈਨੇਡਾ ਦਾ ਇੰਸਟੀਚਿਊਟ ਆ। ਅਤੇ ਮੇਰਾ ਮਤਲਬ ਉਹ ਰਿਕਵਰ ਕਿੱਥੇ ਕਰ ਪਾਉਣਾ? ਉਹ ਤਾਂ ਹੋਰ ਡੈਫੀਸਿਟ, ਪ੍ਰੋਗਰਾਮ ਘੱਟ ਹੋਣਗੇ, ਰਿਸਰਚ ਬੰਦ ਹੋਣਗੇ, ਜਿਹੜੀਆਂ ਫੈਸਿਲਿਟੀਜ਼ ਆ ਉਹਨਾਂ ਦੀਆਂ, ਇਨਫਰਾਸਟਰਕਚਰ ਆ, ਉਹ ਲਗਾਤਾਰ ਡੈਫੀਸਿਟ ਜਾਊਗਾ। ਫਿਰ ਜਿਹੜਾ ਸਕੂਲਾਂ ਦੇ ਵਿੱਚ ਆ, ਜੇ ਤੁਸੀਂ ਉਹਦਾ ਹਿਸਾਬ ਲਾਵੋ ਫਿਰ 2018 ਤੋਂ ਜਿਹੜਾ ਬਜਟ ਸੀ ਜਾਂ ਉਹ ਲੈਵਲ ਸੀ, ਅੱਜ ਵੀ ਸਟੂਡੈਂਟਸ ਉਹ ਤੋਂ ਘੱਟ ਨੇ, ਜਦ ਕਿ 19, 20, 21, 22 ਜਿਹੜਾ ਅਪਰੋਕਸੀਮੇਟਲੀ 20,000 ਸਟੂਡੈਂਟ ਐਡ ਹੁੰਦਾ ਸਕੂਲਾਂ ਦੇ ਵਿੱਚ। ਉਹਦੇ ਨੰਬਰ ਨਹੀਂ ਦੇ ਰਹੇ, ਬਜਟ 'ਚੋਂ ਨੰਬਰ ਦੇਣੇ ਚਾਹੀਦੇ ਉਹਨਾਂ ਨੂੰ, ਉਹ ਨੰਬਰ ਲੁਕੋ ਕੇ ਰੱਖੇ ਹੋਏ ਨੇ। ਟੀਚਰ ਅੱਜ ਵੀ 2018 ਦੇ ਨਾਲੋਂ ਘੱਟ ਨੇ। ਅਤੇ ਫੀਸਾਂ ਜਿਹੜੀਆਂ ਸਕੂਲਾਂ ਦੇ ਵਿੱਚ ਆਲਮੋਸਟ ਜਿਹੜੇ ਸਕੂਲ ਬੋਰਡ ਨੇ ਉਹਨਾਂ ਨੂੰ $120 ਮਿਲੀਅਨ ਤੱਕ ਦੇ ਅਰੇਂਜਮੈਂਟ ਕਰ ਲਈ ਨਵੀਆਂ ਫੀਸਾਂ ਲਾ ਕੇ ਦੇਣੀਆਂ ਪਈਆਂ। MSI ਆ ਜਿਹੜਾ ਕਿ ਕੰਜ਼ਰਵੇਟਿਵ ਦਾ ਕ੍ਰੀਏਟ ਕੀਤਾ ਹੋਇਆ ਪ੍ਰੋਗਰਾਮ ਸੀ ਰੂਰਲ ਕਮਿਊਨਿਟੀਜ਼ ਲਈ, ਜਿਹੜਾ ਉਹਨੂੰ ਕਹਿੰਦੇ ਨੇ ਉਹ ਮਿਊਨਿਸਪਲ ਸਸਟੇਨੇਬਲ ਇਨੀਸ਼ੀਏਟਿਵਸ, ਉਹ ਪ੍ਰੋਗਰਾਮ ਦੇ ਥਰੂ ਫੰਡਿੰਗ ਹੁੰਦੀ, ਉਹ ਪ੍ਰੋਗਰਾਮ ਕੱਟ ਕਰ ਦਿੱਤਾ। ਮੇਰਾ ਮਤਲਬ ਤੁਸੀਂ ਇੰਡੀਜਨਸ ਕਮਿਊਨਿਟੀਜ਼ ਲਈ ਜਸਟਿਸ ਸਿਸਟਮ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ 50 ਤੋਂ ਜ਼ਿਆਦਾ ਪ੍ਰੋਸੀਕਿਊਟਰਸ ਅਤੇ ਜਿਹੜੇ ਅਸਿਸਟੈਂਟ ਸਟਾਫ ਚਾਹੀਦੇ ਨੇ, ਪਰ ਉਹਦੇ ਵਿੱਚ ਤੁਸੀਂ ਅੰਦਾਜ਼ਾ ਲਾਓ $47 ਮਿਲੀਅਨ ਦਾ ਕੱਟ ਹੈ। ਅਤੇ ਆਪਣੀ ਗੱਲ ਦੇ ਉੱਤੇ ਉਹ ਕਿਤੇ ਖਰੇ ਨਹੀਂ ਉਤਰ ਰਹੇ, ਜਿੱਥੇ ਕਿਤੇ ਉਹਨਾਂ ਨੂੰ ਮੰਨਣਾ ਵੀ ਪੈ ਰਿਹਾ। ਇਹ ਜਿਹੜੇ ਇਹਦੇ ਸਿੱਟੇ ਨੇ ਉਹ ਬਹੁਤ ਭੈੜੇ ਨਿਕਲਣੇ, ਕਈ ਲੌਂਗ ਟਰਮ ਵਿੱਚ ਦੀਦੇ, ਕਈ ਹੁਣੇ ਦੀਦੇ ਨੇ। ਵੀ ਜਿਵੇਂ ਜਿਹੜੇ ਬਿੱਲ ਆ ਉਹਨਾਂ ਨੇ ਜਿਹੜੀ ਲਿਵਿੰਗ ਕਾਸਟ ਆਲਮੋਸਟ ਉਹ ਦੁੱਗਣੇ ਜਿਹੜੀ ਆ ਉਹ ਕਰ ਦਿੱਤੀ ਲੋਕਾਂ ਦੇ ਉੱਤੇ ਪਿਛਲੇ 4 ਮਹੀਨਿਆਂ ਦੇ ਵਿੱਚ। ਜਿਸ ਢੰਗ ਦੇ ਨਾਲ ਬਿੱਲ ਵਧੇ ਨੇ, ਰੇਡੀਓ ਦੇ ਉੱਤੇ ਜਾਣ ਦਾ ਮੌਕਾ ਮਿਲਿਆ, ਇੱਦਾਂ ਦੇ ਜਾਣੀ ਕਿ ਹੈਰਾਨੀਜਨਕ ਬੜੇ ਇਮੋਸ਼ਨਲ ਵਿਊ ਲੋਕਾਂ ਦੇ ਆਏ ਨੇ। ਕੋਈ ਬ੍ਰੇਕ ਨਹੀਂ ਹੈ ਇਹਦੇ 'ਤੇ, ਕੋਈ ਰਾਹਤ ਨਹੀਂ ਹੈ ਲੋਕਾਂ ਨੂੰ। ਬੇਸਿਕ ਗੱਲ ਇਹ ਆ ਕਿ ਜਦੋਂ ਤੁਹਾਡੇ ਕੋਲ ਪੈਸਾ ਆਇਆ ਅਤੇ ਤੁਸੀਂ ਲੋਕਾਂ ਨੂੰ ਕਿਸ ਢੰਗ ਦੇ ਨਾਲ ਸਰਵ ਕੀਤਾ, ਉਹਦੇ 'ਤੇ ਉਹਨਾਂ ਨੂੰ ਕੋਈ ਵੀ ਜਿਹੜਾ ਗ੍ਰੇਡ ਨਹੀਂ ਮਿਲਦਾ। ਈਵਨ $5 ਮਿਲੀਅਨ, ਜਿੱਥੇ ਕੈਲਗਰੀ ਨੇ 800 ਤੋਂ ਉੱਪਰ ਮਿਲੀਅਨ ਜਿਹੜਾ ਉਹ ਅਫੋਰਡੇਬਲ ਹਾਊਸਿੰਗ ਦੇ ਵਿੱਚ ਹੋਮਲੈਸਨੈਸ ਨੂੰ ਐਲੀਮੀਨੇਟ ਕਰਨ ਦੇ ਲਈ ਖਰਚ ਕੀਤਾ,
ਤੇ ਮੈਚਿੰਗ ਜਿਹੜੇ ਉਹਦੇ ਤੇ ਆਸ ਕੀਤੀ ਜਾ ਰਹੀ ਸੀ ਇਹਨਾਂ ਤੋਂ ਪੈਸੇ ਦੀ $5 ਮਿਲੀਅਨ, ਉਹ ਕਹਿੰਦੇ ਵੀ 2% ਜਿਹੜਾ ਅਸੀਂ ਪੁੱਛਿਆ ਸੀ ਉਹ ਮਿਲਿਆ। ਐਡਮਿੰਟਨ ਨੂੰ ਜੋ ਮਿਲਿਆ ਤੁਹਾਡੇ ਸਾਹਮਣੇ ਆ। ਲੇਕਿਨ ਲਾਸਟ ਜਿਹੜਾ ਬਜਟ ਸੀ ਉਹ ਤੋਂ ਇਸ ਬਜਟ ਦੇ ਵਿੱਚ 1 ਬਿਲੀਅਨ ਤੇ ਕੁਝ ਮਿਲੀਅਨਸ ਦਾ ਐਡ ਹੋਇਆ। ਇਸ ਵਾਰੀ ਬਜਟ ਜਿਹੜਾ ਹੈ 62 ਪੁਆਇੰਟ ਕੁਝ ਮਿਲੀਅਨ ਦਾ ਹੈਗਾ ਤੇ ਇਹ ਪੈਸਾ ਬਲਕਿ ਐਡ ਹੋਇਆ ਲਾਸਟ ਈਅਰ ਨਾਲੋਂ। ਫਿਰ ਸਾਰਾ ਪੈਸਾ ਕਿਹੜੇ ਪਾਸੇ ਲਗਾਇਆ ਜਾ ਰਿਹਾ? ਦੇਖੋ ਕੁਝ ਗੱਲਾਂ ਨੇ ਕਿ 2 ਬਿਲੀਅਨ ਤੋਂ ਜ਼ਿਆਦਾ ਜਿਹੜਾ ਪੈਸਾ ਨਾਰਮਲ ਨਾਲੋਂ ਉਹ ਕੋਵਿਡ ਹੋਣ ਕਰਕੇ ਜਿਹੜੀ ਫੈਡਰਲ ਦੀ ਟ੍ਰਾਂਸਫਰ ਸੀ ਫੰਡਿੰਗ ਦੀ ਉਹ ਵੱਧ ਆਇਆ। ਪਹਿਲਾਂ ਰਿਪੋਰਟ ਨਹੀਂ ਕੀਤਾ ਗਿਆ, ਉਹ ਬਜਟ ਦੇ ਵਿੱਚ ਹੈ। ਉਹ ਜਦੋਂ ਤੁਸੀਂ ਦੇਖਦੇ ਹੋ ਡਾਕੂਮੈਂਟਸ ਉਹਨਾਂ ਦੇ ਵਿੱਚ ਹੈ। ਉਹ ਚਾਈਲਡ ਕੇਅਰ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ। ਚਾਈਲਡ ਕੇਅਰ ਦੇ ਵਿੱਚ ਵੱਡੇ ਕੱਟ ਲਾਉਣ ਤੋਂ ਬਾਅਦ ਉਹ ਟ੍ਰਾਂਸਫਰ ਕੀਤਾ ਗਿਆ। ਇਸ ਢੰਗ ਦੇ ਨਾਲ ਜਿਹੜੀ ਮੈਚਿੰਗ ਸੀ, ਈਵਨ ਜਿਹੜੀ ਪ੍ਰੋਮਿਸ ਸੀ, ਪਲੇਜ ਸੀ ਫੈਡਰਲ ਫੰਡਿੰਗ ਦੀ ਮੈਚਿੰਗ, ਈਵਨ ਚਾਈਲਡ ਕੇਅਰ ਦੇ ਵਿੱਚ ਉਹ ਵੀ ਨਹੀਂ ਉਹਨਾਂ ਨੇ ਜਿਹੜੀ ਪਲੇਜ ਸੀ ਉਹ ਡਿਲੀਵਰ ਨਹੀਂ ਕੀਤੀ ਹੈ। ਇਸ ਢੰਗ ਦੇ ਨਾਲ ਹੀ ਕੁਝ ਜਿਹੜੇ ਕੋਵਿਡ ਕੰਟੀਨਜੈਂਸੀ ਫੰਡ ਨੇ ਜਿਹੜੇ ਤੁਸੀਂ ਕਹਿੰਦੇ ਵੱਧ ਰੱਖੇ ਗਏ ਨੇ, ਪਰ ਪਿਛਲੇ ਸਮੇਂ ਦੇ ਵਿੱਚ ਉਹ ਜਿਹੜੇ ਕੋਵਿਡ ਕੰਟੀਨਜੈਂਸੀ ਫੰਡ ਸੀ ਉਹ $1 ਬਿਲੀਅਨ ਲੈਸ ਸਪੈਂਡ ਕੀਤੇ ਸੀ। ਜਿਹੜੀ ਐਨਡੀਪੀ ਦੀ ਲੀਡਰ ਹੈ, ਮੈਂ ਦੇਖਦੇ ਸੀ ਅਸੈਂਬਲੀ ਦੀ ਪ੍ਰੋਸੀਡਿੰਗਸ, ਹਾਂਜੀ ਉਹਨਾਂ ਨੇ ਸਿਰਫ ਸਗੋਂ ਅਟੈਕਿੰਗ ਟੋਨ ਦੇ ਵਿੱਚ ਨਹੀਂ ਸੀ ਮੈਂ ਦੇਖਿਆ ਇਸ ਵਾਰੀ, ਬੜੀ ਮਾਈਲਡ ਟੋਨ ਦੇ ਵਿੱਚ ਸੀ ਉਹ। ਉਹਨੇ ਸਿਰਫ 3 ਇਸ਼ੂਜ਼ ਉਠਾਏ। ਇੱਕ ਤਾਂ ਜਿਹੜਾ ਤੁਸੀਂ ਦੱਸਿਆ ਕਿ ਵੀ ਰੂਰਲ ਏਰੀਆ ਦੇ ਵਿੱਚ ਜਿਹੜਾ ਇੰਟਰਨੈਟ ਫਾਸਟ ਜਿਹੜਾ ਹੈ, ਉਹਨੇ ਕਿਹਾ ਇਹਦੇ ਵਾਸਤੇ ਹੋਰ ਇਨਵੈਸਟ ਕੀਤਾ ਜਾਏ। ਠੀਕ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ એનર્ਜੀ ਬਿੱਲ ਵੱਧ ਗਏ ਬਹੁਤ ਜ਼ਿਆਦਾ, ਇਹਨਾਂ ਦਾ ਕੁਝ ਕੀਤਾ ਜਾਣਾ ਚਾਹੀਦਾ। ਤੁਸੀਂ ਜਾ ਕੇ ਅਕਤੂਬਰ ਵਾਲੀ ਗੱਲ ਕਰ ਰਹੇ ਵੀ ਅਕਤੂਬਰ 'ਚ ਦੇਖਾਂਗੇ ਜਦ ਇਹ $6 ਕੁਝ ਦੇ ਉੱਤੇ ਚਲੇ ਜਾਊਗਾ ਜੀ, ਹਾਂਜੀ। ਤੇ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਚਾਈਲਡ ਜਿਹੜੇ ਸਕੂਲ ਦੇ ਬੱਚਿਆਂ ਦੇ ਛੋਟੇ ਬੱਚਿਆਂ ਦੇ ਵੀ ਉਹਨਾਂ ਦੇ ਜਿਹੜਾ ਖਰਚਾ ਉਹਨੂੰ ਸਬਸਿਡਾਈਜ਼ਡ ਕੀਤਾ ਜਾਏ। ਇਸ ਤੋਂ ਇਲਾਵਾ ਉਹਨਾਂ ਨੇ ਚੌਥੀ ਗੱਲ ਕੋਈ ਉਠਾਈ ਨਹੀਂ। ਮੈਂ ਉਸ ਦਿਨ ਦੋ ਗੱਲਾਂ ਨੇ ਜੀ। ਇੱਕ ਤਾਂ ਜਿਹੜੇ ਉਹ ਕਿਆ ਉਹਨਾਂ ਨੂੰ ਵੀ ਇਹ ਤਾਂ ਨਹੀਂ ਲੱਗਾ ਕਿ ਬਜਟ ਮੈਂ 2 ਗੱਲਾਂ ਕਰਦਾ ਘੱਟ ਐਜ਼ ਇਟ ਇਜ਼ ਆ ਰਿਹਾ ਹੈ ਤੇ ਰਾਦਰ ਹਰ ਆਈਟਮ ਦੇ ਵਿੱਚ ਕੁਝ ਨਾ ਕੁਝ ਦਿੱਤਾ ਗਿਆ ਇਸ ਵਾਰੀ? ਮੈਂ ਵੀ ਡਿਟੇਲ ਇਹੀ ਦੇਖ ਰਿਹਾ ਸੀ। 2 ਗੱਲਾਂ ਨੇ। ਇੱਕ ਤਾਂ ਇਹ ਆ ਵੀ ਜਿਹੜਾ ਪ੍ਰੈਸ਼ਰ ਉਸ ਵੇਲੇ ਹੋ ਰਿਹਾ ਸੀ, ਉਸ ਵੇਲੇ ਬਜਟ ਹਜੇ ਡਿਸਟ੍ਰੀਬਿਊਟ ਵੀ ਨਹੀਂ ਹੋਇਆ ਸੀਗਾ। ਜੇ ਇਸ ਪ੍ਰੈਸ਼ਰ ਦੀ ਤੁਸੀਂ ਰੈਫਰੈਂਸ ਦੇ ਰਹੇ ਹੋ, ਠੀਕ ਗੱਲ ਹੈ, ਪਰ ਜਿੰਨੀ ਕੁ ਗੱਲ ਸਾਨੂੰ ਬਾਹਰੋਂ ਬਜਟ ਪੇਸ਼ ਹੋਣ ਤੋਂ ਪਹਿਲਾਂ, ਡਿਲੀਵਰ ਹੋਣ ਤੋਂ ਪਹਿਲਾਂ ਜਿਹੜੀ ਗੱਲ ਰਿਲੀਜ਼ ਹੋਈ ਆ ਬਾਹਰ, ਜਿੰਨੀ ਕੁ ਪਤਾ ਲੱਗੀ ਉਹਦੇ ਤੇ ਬੇਸ ਸਾਡਾ ਹੈ ਸੀ। ਦੂਜੀ ਗੱਲ, ਅਸੀਂ ਫਿਰ ਵੀ ਐਜ਼ ਏ ਆਪੋਜੀਸ਼ਨ ਪੋਜ਼ਿਟਿਵਲੀ ਗੱਲ ਕਰਦੇ ਹਾਂ, ਪਰ ਸਵਾਲ ਇਹ ਜਿਹੜਾ ਉਹਨੂੰ ਨੈਗੇਟਿਵਲੀ ਨਹੀਂ ਲੈਂਦੇ। ਜੇ ਬੈਲੈਂਸ ਬਜਟ ਕੀ ਹੋ ਗਿਆ ਉਹਨੂੰ ਨੈਗੇਟਿਵਲੀ ਨਹੀਂ ਲੈਂਦੇ, ਪਰ ਲੋਕਾਂ ਦੇ ਐਂਗਲ ਦੇ ਉੱਤੋਂ ਉਹਦੀ ਕੀ ਅਰਥ ਨਿਕਲਦੇ ਨੇ ਉਹ ਸਮਝਣਾ ਬਹੁਤ ਜ਼ਰੂਰੀ। ਮੈਂ ਆਪਣੇ ਕ੍ਰਿਟਿਕ ਦੀ ਪੋਰਟਫੋਲੀਓ ਦੀ ਗੱਲ ਕਰਕੇ ਇਸ ਗੱਲ ਨੂੰ ਰੈਪ ਅਪ ਕਰਦਾ। ਮਲਟੀਕਲਚਰਿਜ਼ਮ ਤੇ ਕਲਚਰ, ਮਲਟੀਕਲਚਰਿਜ਼ਮ ਤੇ ਸਟੇਟਸ ਆਫ ਵਿਮਨ ਦੀ ਮਿਨਿਸਟਰੀ ਸੀ ਤੇ ਅਲਬਰਟਾ ਦੇ ਵਿੱਚ ਰੇਸਿਜ਼ਮ ਦੇ ਜਿਹੜੇ ਇੰਸੀਡੈਂਟ ਲਗਾਤਾਰ ਵਧੇ ਨੇ। ਇਹ ਸਰਕਾਰ ਦੀ ਆਪਣੀ ਰਿਪੋਰਟ ਕਹਿੰਦੀ 300% ਤੋਂ ਉੱਤੇ ਵਧ ਗਏ ਨੇ, ਡੇਲੀ ਹੋ ਰਹੇ ਨੇ। ਤੇ ਨਾਲ ਦੀ ਨਾਲ ਐਕਸਪਰਟਸ, ਮੈਂ ਆਪ ਕੰਸਲਟੇਸ਼ਨਸ ਹੈਂਡਲ ਕੀਤੀਆਂ ਜਿਹਦੇ ਤੇ ਬੜੀਆਂ ਰਿਕਮੈਂਡੇਸ਼ਨ ਨੇ। ਅਲਬਰਟਾ ਜਿਹੜੀ ਪ੍ਰੀਮੀਅਰ ਦੀ ਆਪਣੀ ਕਾਉਂਸਲ ਹੈ, ਅਲਬਰਟਾ ਐਂਟੀ ਰੇਸਿਜ਼ਮ ਐਡਵਾਈਜ਼ਰੀ ਕਾਉਂਸਲ, ਉਹਦੀਆਂ 48 ਰਿਕਮੈਂਡੇਸ਼ਨਸ ਨੇ ਜਿਹੜੀਆਂ ਉਹਨਾਂ ਨੇ ਇੰਪਲੀਮੈਂਟ ਕਰਨ ਲਈ ਕਿਹਾ। ਪਰ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਮਿਨਿਸਟਰੀ ਤੋੜ ਦਿੱਤੀ। ਮਿਨਿਸਟਰੀ ਤੋੜ ਕੇ ਐਸੋਸੀਏਟ ਮਿਨਿਸਟਰ ਦੇ ਵੱਲ ਭੇਜਤੀ, ਉਹ ਲੇਬਰ ਮਿਨਿਸਟਰੀ ਦੇ ਥੱਲੇ ਲਾਤੀ। ਤੁਸੀਂ ਅੰਦਾਜ਼ਾ ਲਾਓ ਵੀ ਥਰੋਨ ਸਪੀਚ ਦੇ ਵਿੱਚ ਇੱਕ ਜਗ੍ਹਾ ਲਫ਼ਜ਼ ਡਾਇਵਰਸਿਟੀ ਯੂਜ਼ ਕੀਤਾ ਔਰ ਪੂਰੇ ਬਜਟ ਦੇ ਵਿੱਚ ਮਲਟੀਕਲਚਰਿਜ਼ਮ, ਐਂਟੀ ਰੇਸਿਜ਼ਮ ਤੇ ਇਨਕਲੂਜਨ ਦਾ ਇੱਕ ਵਰਡ ਵੀ ਹੈ ਨਹੀਂ। ਤੁਸੀਂ ਅੰਦਾਜ਼ਾ ਲਾਓ 5-6 ਕਿਤਾਬਾਂ ਨੇ ਏਡੇ ਵੱਡੀਆਂ ਔਰ ਇੱਕ ਪੈਸਾ ਨਹੀਂ ਰੱਖਿਆ ਗਿਆ। ਕੰਜ਼ਰਵੇਟਿਵ ਆਈਡੀਓਲੋਜੀ ਹੈ, ਸਾਰਾ ਕੁਝ ਐਲੀਮੀਨੇਟ ਕਰਦਾ ਗਿਆ। ਮੇਰਾ ਮਤਲਬ ਜਿਹੜੀ ਇਹ ਡੈਫੀਸਿਟ ਇਹ ਕ੍ਰੀਏਟ ਕੀਤੀ ਆ, ਇਹਦੇ ਬੜੇ ਦੂਰ ਰਸਤੇ ਨਿਕਲਣੇ ਨੇ। ਇਹ ਪਹਿਲੀ ਵਾਰੀ ਨਹੀਂ ਲੱਗਦਾ ਜੀ? ਅੱਗੇ ਤੁਹਾਨੂੰ ਯਾਦ ਹੋਣਾ ਡੱਗ ਮੇਨ ਹੋਇਆ ਕਰਦੇ ਸੀਗੇ ਕਲਚਰ ਮਿਨਿਸਟਰ, ਉਹ ਸੀਗੇ ਹੀ ਕਲਚਰ ਮਿਨਿਸਟਰ ਔਰ ਉਹ ਜਾਣ ਲੱਗੇ ਆਪਣੀ ਉਹ ਮਿਨਿਸਟਰੀ ਖਤਮ ਕਰ ਗਏ, ਬਿਲਕੁਲ ਹੀ ਖਤਮ ਕਰਤੀ ਸੀਗੀ। ਹਾਂਜੀ, ਉਹਦਾ ਖਰਚ ਉਦੋਂ ਮੇਰੇ ਖਿਆਲ $5 ਮਿਲੀਅਨ ਸੀ। ਉਹ ਕਹਿੰਦੇ ਇਹ ਵੀ ਬਹੁਤ ਵੱਡਾ, 5 ਕਿ 2 ਮਿਲੀਅਨ ਸੀ ਸ਼ਾਇਦ। ਉਹ ਕਹਿੰਦੇ ਜੀ ਨਹੀਂ ਇਹ ਬਹੁਤ ਵੱਡਾ, ਇਸ ਕਰਕੇ ਉਹ ਮਿਨਿਸਟਰੀ ਖਤਮ ਕਰ ਦਿੱਤੀ ਸੀਗੀ। ਹਿਊਮਨ ਰਾਈਟਸ ਐਜੂਕੇਸ਼ਨ ਫੰਡ ਹੈ, ਉਹ ਪਿਛਲੀ ਵਾਰੀ ਇਲੂਮੀਨੇਟ ਕਰਤਾ ਸੀਗਾ। ਤਾਂ ਇਸੇ ਤਰ੍ਹਾਂ ਕਮਿਊਨਿਟੀ ਸੀ, ਐਂਟੀ ਰੇਸਿਜ਼ਮ ਕਮਿਊਨਿਟੀ ਸਪੋਰਟ ਪ੍ਰੋਗਰਾਮ ਹੁੰਦਾ ਸੀਗਾ,
ਉਹ ਪਿਛਲੇ ਸਾਲ ਹੀ ਬੰਦ ਕਰ ਦਿੱਤਾ ਸੀਗਾ, ਜਾਣੀ ਕਿ ਉਹਨਾਂ ਨੇ ਲਫ਼ਜ਼ ਵੀ ਕੱਢ ਦਿੱਤੇ ਹੁਣ ਉਹਦੇ ਚੋਂ। ਉਹੀ ਹੈ ਕਿ ਇੱਕ ਗੱਲ ਦੱਸੋ, ਜਿਹੜੀ ਰਿਬੇਟ ਵਾਲੀ ਗੱਲ ਕੀਤੀ ਆ ਇਹਨਾਂ ਨੇ ਵੀ ਲੋਕਾਂ ਨੂੰ ਇੱਕੋ ਝਾਂਸਾ ਜਿਹਾ ਵੀ ਜੇ ਗੈਸ ਦੀ ਕੀਮਤ ਜਿਹੜੀ ਆ ਉਹ $6 ਕੁਛ ਹੋ ਜਾਊਗੀ ਤਾਂ ਫਿਰ ਲੋਕਾਂ ਨੂੰ ਰਿਬੇਟ ਮਿਲਣੀ ਅਕਤੂਬਰ ਤੋਂ ਮਾਰਚ ਤਾਈਂ। ਉਹ ਕੀ ਕਹਾਣੀ ਹੈ ਜੀ, ਜੋ ਮਤਲਬ ਉਨੀ ਕੀਮਤ ਹੋਊਗੀ ਵੀ ਨੈਚੁਰਲ ਗੈਸ ਦੀ ਕਿ ਉਹ ਲੋਕਾਂ ਨੂੰ ਬਸ ਐਵੇਂ ਝਾਂਸਾ ਹੀ ਆ? ਦੇਖੋ ਜੀ, ਹਾਲਾਤ ਇਹ ਆ ਵੀ ਜਿਸ ਢੰਗ ਦੇ ਨਾਲ ਲੋਕ ਤਰ੍ਹਾਂ ਕਰ ਉੱਠੇ ਨੇ, ਦੇਖੋ ਇਹਦੇ ਵਿੱਚ ਤਾਂ ਇਸ ਗੱਲ ਨੂੰ ਪੇਸ਼ ਕਰਨ ਸਕਣਾ ਹੀ ਸੰਭਵ ਨਹੀਂ। ਜਿਸ ਤਰ੍ਹਾਂ ਇਹ ਜਿਹੜੇ ਬਿੱਲ ਵਧੇ, ਜਿਹੜੇ ਉਹਨਾਂ ਨੇ ਇੰਪੈਕਟ ਕੀਤਾ ਲੋਕਾਂ ਦੇ ਉੱਤੇ, ਤੇ ਉਹ ਚਾਹੇ ਮੈਂ ਆ, ਚਾਹੇ ਚੰਗੀ ਤਨਖਾਹ ਲੈਣਾ, ਚਾਹੇ ਕੋਈ ਬੰਦਾ 70% ਬਿੱਲ ਵੱਧ ਗਿਆ। ਹਾਂ, ਉਹਨਾਂ ਨੇ ਇਸ ਢੰਗ ਨਾਲ ਹਿੱਟ ਕੀਤਾ ਨਾ ਹਰ ਇੱਕ ਬੰਦੇ ਦੀ ਲਾਈਫ ਨੂੰ, ਉਹਦੇ ਲਾਈਫ ਸਟਾਈਲ ਨੂੰ। ਉਹ ਜਦੋਂ ਇਸ ਤਰ੍ਹਾਂ ਦਾ ਰਿਐਕਸ਼ਨ ਆਇਆ ਤੇ ਉਹ ਕ੍ਰੀਏਟ ਕਰ ਲਿਆ ਗਿਆ 6 ਮਹੀਨੇ ਦਾ ਵਿੰਡੋ, ਵੀ ਜਿਹੜਾ 2022 ਦੇ ਅਕਤੂਬਰ ਤੋਂ ਮਾਰਚ ਤੱਕ ਜੇ ਰੇਟ ਵੱਧਦੇ ਨੇ ਤੇ ਇਸ ਢੰਗ ਦੇ ਨਾਲ ਉਹ ਰਿਬੇਟ ਮਿਲੂਗੀ। ਪਰ ਉਹ ਜਿਹੜੇ ਉਹਦੇ ਸਟੈਂਡਰਡ ਤੈਅ ਕੀਤੇ ਗਏ ਨੇ ਉਹ ਇਸ ਢੰਗ ਦੇ ਨੇ ਕਿ ਜਿਹੜੇ ਅੱਜ ਰੇਟ ਪੇ ਕੀਤੇ ਨੇ, ਜਿਹਨਾਂ ਤੋਂ ਲੋਕ ਬਹੁਤ ਜਾਣੀ ਕਿ ਦੁਖੀ ਆ, ਜੇ ਉਹ ਡਬਲ ਹੋਣਗੇ ਅਗਲੇ ਸਾਲ ਤੇ ਸ਼ਾਇਦ ਉਹ ਫਿਰ ਉਹ ਰੇਟ ਥੋੜਾ ਬਹੁਤ ਦੇ ਵੀ ਦੇਣਗੇ, ਕਿਉਂਕਿ 6 ਮਹੀਨੇ ਬਾਅਦ ਇਲੈਕਸ਼ਨ ਹੈ ਤੇ ਦੇ ਵੀ ਦੇਣਗੇ। ਉਹ ਤਾਂ ਫਿਰ ਉਹ ਜਿਵੇਂ ਕਲਾਈਨ ਸਾਹਿਬ ਨੇ ਡਾਲਰ ਦਿੱਤੇ ਸੀ, ਇਹੀ ਗੱਲ ਹੀ ਹੋਈ, ਫਿਰ ਤਾਂ ਵੋਟਾਂ ਹੀ ਖਰੀਦਣ ਵਾਲੀਆਂ ਗੱਲਾਂ ਹੋ ਗਈਆਂ। ਤੇ ਉਹ ਮਿਲੂਗਾ ਕਿ ਨਹੀਂ ਮਿਲੂਗਾ, ਜਾਣੀ ਕਿ ਉਹ ਅਗਲੇ ਸਾਲ ਆਉਣ ਵਾਲੇ ਸਾਲਾਂ 'ਚ, ਜਦ ਕਿ ਰਾਹਤ ਦੀ ਲੋੜ ਇਸ ਵੇਲੇ ਹੁਣ ਵੀ ਸੀ, ਇਸ ਵੇਲੇ ਵੀ ਰਾਹਤ ਦੀ ਲੋੜ ਸੀ। ਜਸਵੀਰ ਜੀ, ਮੈਂ ਇੱਕ ਗੱਲ ਆਪਾਂ ਕਰਕੇ ਹੁਣ ਫਿਨਿਸ਼ ਕਰਦੇ, ਕਿਉਂਕਿ ਮੈਨੂੰ ਯਾਦ ਹੈ ਜਦੋਂ ਪਿਛਲੀ ਵਾਰੀ ਇਹ ਯੂਟਿਲਿਟੀਜ਼ ਦੇ ਬਿੱਲਸ ਬਾਰੇ ਗੱਲਬਾਤ ਹੋਈ ਸੀ ਤੇ ਉਹਨਾਂ ਦਿਨਾਂ 'ਚ ਜੀਨ ਜ਼ਵਾਡੈਸਕੀ ਹੋਰਾਂ ਨਾਲ ਗੱਲ ਹੋਈ ਸੀ, ਤੇ ਉਹ ਕਹਿੰਦੇ ਸੀ ਵੀ ਦੇਖੋ ਇਹ ਇਸ ਕਰਕੇ ਕੀਤਾ ਗਿਆ ਵੀ ਬਾਹਰੋਂ ਕੰਪਨੀਆਂ ਆਉਣਗੀਆਂ, ਇੱਥੇ ਕੰਪੀਟੀਸ਼ਨ ਵਧੂਗਾ। ਇਹ ਕਿੰਨੀਆਂ ਕੁ ਕੰਪਨੀਆਂ ਆਈਆਂ ਜੀ ਪਿਛਲੇ 15-20 ਸਾਲਾਂ 'ਚ ਇੱਥੇ, ਜਿਹੜੀਆਂ ਅਲਬਰਟਾ ਜਾ ਕੇ ਜਿਹਨਾਂ ਇਨਵੈਸਟ ਕੀਤਾ ਹੋਵੇ ਐਨਰਜੀ ਦੇ ਵਿੱਚ ਵੀ ਅਸੀਂ ਇਹ ਬਿਜਲੀ ਪ੍ਰੋਵਾਈਡ ਕਰ ਦਿੰਦੇ, ਕਿੰਨੀਆਂ ਕੁ ਕੰਪਨੀਆਂ ਆਈਆਂ ਜੀ? ਦੇਖੋ ਜੀ, ਜ਼ਵਾਡੈਸਕੀ ਸਾਹਿਬ ਮੇਰੇ ਪ੍ਰੈਡੈਸੈਸਰ ਵੀ ਸੀਗੇ, ਮੇਰੀ ਰਾਈਡਿੰਗ ਤੋਂ ਨੇ, ਤੁਸੀਂ ਇਹਨਾਂ ਦਾ ਨਾਂ ਲਿਆ। ਪਿਛਲੇ ਸਾਲ ਜਦੋਂ ਇਹ ਸਰਕਾਰ ਆਈ ਹੈ 2019 'ਚ ਆਫਿਸ 'ਚ, ਇਹਨਾਂ ਦੀ ਸਟ੍ਰੈਟਜੀ ਸੀ ਵੀ ਬਿਗ ਕਾਰਪੋਰੇਸ਼ਨ ਨੂੰ ਅਲਿਓਰ ਕਰਨ ਦੇ ਲਈ ਟੈਕਸ ਬ੍ਰੇਕ, ਟੈਕਸ ਛੋਟਾਂ ਦਿਓ ਆਪਣੇ ਬਜਟ ਤੋਂ, ਇਹ ਆ ਕੇ ਜੌਬਾਂ ਕ੍ਰੀਏਟ ਕਰਨਗੀਆਂ। ਤੁਸੀਂ ਅੰਦਾਜ਼ਾ ਇਹ ਲਾਓ ਵੀ ਉਹ ਜਿਹੜਾ ਸੀ ਉਹ ਇਹਨਾਂ ਨੇ ਇੰਨਾ ਹੀ ਜ਼ਿਆਦਾ ਸਪੀਡ ਅਪ ਕਰਤਾ ਪ੍ਰੋਸੈਸ, 4 ਸਾਲਾਂ ਵਾਲਾ 2 ਸਾਲਾਂ 'ਚ ਹੀ ਨਿਬੇੜ ਦਿੱਤਾ। ਉਹਦੇ 'ਚ ਇੱਕ ਕੰਪਨੀ ਸੀ ਇਨਕੈਨਾ, ਜਿਹਨੂੰ ਪਹਿਲੇ ਸਾਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਨੂੰ $232 ਮਿਲੀਅਨ ਦਾ ਇਹਦੇ ਵਿੱਚ ਇਜ਼ਾਫਾ ਹੋਇਆ। ਉਹਨਾਂ ਨੇ ਆਪਣਾ ਕੰਮ ਬੰਦ ਕੀਤਾ ਰੈਪ ਕਰਕੇ ਤੇ ਉਹ ਅਮਰੀਕਾ ਚਲੇ ਗਏ। ਉਹ ਤੋਂ ਅੱਗੇ ਜਿਹੜੀ ਹਸਕੀ ਐਨਰਜੀ ਸੀਗੀ, ਠੀਕ ਹੈ ਜੀ, ਉਹਨਾਂ ਨੂੰ $251 ਮਿਲੀਅਨ ਦਾ ਫਾਇਦਾ ਹੋਇਆ। ਉਹਨਾਂ ਨੇ 700 ਬੰਦਾ ਲੇ ਆਫ ਕਰ ਦਿੱਤਾ। ਨਵਾਂ ਪ੍ਰੋਜੈਕਟ ਜਿਹੜਾ ਆ, ਇੱਕ ਅਮਰੀਕਾ 'ਚ ਵਿਸਕਾਂਸਨ ਤੇ ਦੂਜਾ ਨਿਊ ਫਾਊਂਡ ਦੇ ਵਿੱਚ ਜਿਹੜਾ ਉਹ ਲਾਂਚ ਕਰ ਦਿੱਤਾ। ਤੇ ਇਦਾਂ ਹੀ ਜਿਹੜੀ ਸਨਕੌਰ ਤੇ ਦੂਜਿਆਂ ਦਾ ਮਰਜਰ ਹੋਇਆ ਸੀ, $1 ਬਿਲੀਅਨ ਦਾ ਉਹਨਾਂ ਨੂੰ ਉਹ ਟੈਕਸ ਛੋਟ ਦੇ ਨਾਲ ਉਹਨਾਂ ਦਾ ਇਜ਼ਾਫਾ ਹੋਇਆ ਤੇ ਉਹਨਾਂ ਨੇ 2000 ਬੰਦਾ ਜਿਹੜਾ ਆ ਉਹ ਲੇ ਆਫ ਕਰ ਦਿੱਤਾ। ਮੇਰਾ ਕਹਿਣ ਦਾ ਮਤਲਬ ਆ ਇਹਨਾਂ ਦੀ ਸਟ੍ਰੈਟਜੀ ਆ। ਮੈਂ ਹਾਊਸ ਦੇ ਵਿੱਚ ਬਹੁਤ ਵਾਰੀ ਕਿਹਾ ਵੀ 2 ਆਈਡੀਓਲੋਜੀਜ਼ ਦੀ ਡਿਬੇਟ ਆ, ਨੋ ਡਾਊਟ ਅਬਾਊਟ ਇਟ, ਪਰ ਜਦੋਂ ਤੁਸੀਂ ਕੋਈ ਡਿਸੀਜਨ ਲੈਂਦੇ ਹੋ ਤੇ ਹੁਣ ਬੈਠ ਕੇ ਸਾਲ ਬਾਅਦ ਉਹਦਾ ਰਿਵਿਊ ਤਾਂ ਕੀਤਾ ਜਾ ਸਕਦਾ ਨਾ। ਜੇ ਰਿਵਿਊ ਦੇ ਵਿੱਚ ਤੁਹਾਨੂੰ ਮਿਸਟੇਕਸ ਦਿੰਦੀਆਂ, ਉਹਨੂੰ ਤਾਂ ਤੁਸੀਂ ਅਕਾਊਂਟੇਬਿਲਟੀ ਦੇ ਨਾਲ ਉੱਥੇ ਜਵਾਬ ਦਿਓ, ਚੇਂਜ ਕਰੋ, ਉਹ ਤਾਂ ਚੇਂਜ ਕਰੋ ਨਾ, ਪਰ ਉੱਥੇ ਸੀਰੀਅਸਨੈਸ ਹੋਣੀ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਦਿਓਲ ਸਾਹਿਬ, ਤੁਸੀਂ ਸਮਾਂ ਦਿੱਤਾ, ਔਰ ਥੈਂਕ ਯੂ ਕਾਲੀਆ ਸਾਹਿਬ। ਅਗਲੇ ਐਤਵਾਰ ਨੂੰ ਫੇਰ ਦੇਖਾਂਗੇ ਜੀ ਕੋਈ ਨਵਾਂ ਟੌਪਿਕ, ਜਾਂ ਜਦ ਤੱਕ ਪੰਜਾਬ ਦੇ ਇਲੈਕਸ਼ਨਾਂ ਦੀ ਗੱਲ ਆ ਜਾਣੀ ਆ, ਰਿਜ਼ਲਟਸ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ, ਤਦ ਤੱਕ ਲਈ ਸਾਨੂੰ ਦਿਓ ਜੀ ਆਗਿਆ। ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।